ਸਤਨਾਮ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਹਰ ਪ੍ਰਭ ਮੇਰਾ ਚੋਜੀ ਜੀਓ। ਸੋ ਸਤਿਗੁਰ ਤਨ ਧਨ, ਜਿਨ ਪਰਮ ਗੜ ਤੋੜਿਆ। ਸੋ ਸਤਿਗੁਰ ਵਾਹੋ ਵਾਹੋ, ਜਿਨ ਹਰਿ ਸਿਉ ਜੋੜਿਆ। ਸੋ ਸਤਿਗੁਰ ਵਾਹੋ ਵਾਹੋ, ਜਿਨ ਹਰਿ ਸਿਉ ਜੋੜਿਆ। ਕਦਰ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ, ਇਨਕੇ ਯਾਦ ਆਦੇਸ਼। ਗੁਰੂ ਗੋਬਿੰਦ ਸਿੰਘ ਹੱਕ ਹੱਕ ਆਇਨਾ, ਗੁਰੂ ਗੋਬਿੰਦ ਸਿੰਘ ਖਾਲਿਸੋ ਬੇਕੀਨਾ। ਗੁਰੂ ਗੋਬਿੰਦ ਸਿੰਘ ਰੂਦਰ ਹਰ ਚਿਸਮ, ਗੁਰੂ ਗੋਬਿੰਦ ਸਿੰਘ ਨੂਰ ਦਰ ਹਰ ਚਸ਼ਮ। ਗੁਰੂ ਗੋਬਿੰਦ ਸਿੰਘ ਬੇਸੁਮਾਰ ਅਥਾਹ, ਅਗਨਤ ਤੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਮੂੰਹ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਅਪਾਰ ਕਰੁਣਾ ਹੈ ਸਤਿਗੁਰੂ ਸਾਹਿਬ ਜੀ ਕੀ, ਜੋ ਆਪ ਸਭ ਗੁਰਸਿੱਖ ਸਤ ਸੰਗੀ ਜਨ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ
ਖਾਲਸਾ ਪੰਥ ਦੇ ਵਾਲੀ, ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ। ਬੇਕਸਾਰਾਂ ਯਾਰ, ਖਾਲਿਸੋ ਬੇਕੀਨਾ। ਤੇਗ ਰਾ ਫਤਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤਿਨਾਂ ਦੇ ਪਾਵਨ ਪਵਿੱਤਰ ਲਾ ਮਿਸਾਲ ਜੀਵਨ ਦੀ ਲੜੀਵਾਰ ਗਾਥਾ। ਜੋ ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਲਈ ਮਹਾਰਾਜ ਜੀ ਨੇ ਵੱਡੇ ਧਰਮ ਯੁੱਧ ਦਾ ਪਰਾਕਰਮ ਸਿਰਜਿਆ। ਆਨੰਦਪੁਰ ਸਾਹਿਬ ਤੋਂ ਲੈ ਕੇ ਮਹਾਰਾਜ ਦੇ ਸਫ਼ਰਾਂ ਦੇ ਵਿੱਚ ਭਾਵੇਂ ਬੜੇ ਅਸੰਭਵ, ਬੜੇ ਭਿਅੰਕਰ ਕਿਸਮ ਦੇ ਔਜੜ ਰਾਹ ਆਏ। ਐਸੀਆਂ ਘਟਨਾਵਾਂ ਜਿੱਥੇ ਥਾਂ ਥਾਂ 'ਤੇ ਮੌਤ, ਜ਼ੁਲਮ ਦਾ ਸਹਿ, ਅਤਿਆਚਾਰ ਦੇ ਭਿਅੰਕਰ ਰੂਪ ਗਰਜਦੇ ਪਏ ਸਨ। ਪਰ ਮਰਦਾ ਗੰਮੜੇ ਸਤਿਗੁਰੂ ਸਾਹਿਬ ਜੀ ਅਡੋਲ, ਪਰਮੇਸ਼ਰ ਦੇ ਭਾਣੇ ਵਿੱਚ ਪੂਰਨ ਰਾਜੀ, ਸਿਦਕ ਤੇ ਸਬੂਰੀ ਦੇ ਨਾਲ ਰੱਜੇ ਹੋਏ, ਨਿਰਭਉ ਤੇ ਨਿਰਵੈਰ ਸੁਰਤ ਲੈ ਕੇ ਮਹਾਰਾਜ ਤਰ੍ਹਾਂ ਤਰ੍ਹਾਂ ਦੇ ਚੋਜ ਕਰਦਿਆਂ ਹੋਇਆਂ, ਸ਼ਰਧਾਲੂਆਂ ਪ੍ਰੇਮੀਆਂ ਨੂੰ ਨਿਵਾਜਦਿਆਂ, ਦੋਖੀਆਂ ਨੂੰ ਸੰਘਾਰਦਿਆਂ ਹੋਇਆਂ ਤੇ ਪਲ ਪਲ ਤੇ ਅਤਿਆਚਾਰ ਨੂੰ ਹਾਰ ਦੇ ਕੇ ਮਹਾਰਾਜ ਆਪਣੇ ਕਦਮਾਂ ਤੇ, ਆਪਣੀ ਮੰਜ਼ਿਲ ਤੇ, ਆਪਣੇ ਸਫ਼ਰਾਂ ਤੇ ਅੱਗੇ ਵਧਦੇ ਗਏ। ਦੁਨੀਆ ਦੇ ਵਿੱਚ ਕੋਈ ਸੈਨਾਪਤੀ ਵੱਡਾ ਯੁੱਧ ਲੜ ਕੇ ਬਾਅਦ 'ਚ ਜਿਹੜੇ ਰਾਹਾਂ ਤੇ ਨਿਕਲਦਾ, ਜਿਹੜੇ ਰਾਹਾਂ ਥਾਣੀ ਗੁਜ਼ਰਦਾ, ਜਿੱਥੇ ਵਿਸ਼ਰਾਮ ਕਰਦਾ ਹੈ, ਉਹ ਕਦੇ ਰਾਹ ਨਹੀਂ ਪੁੱਜੇਗੇ। ਬਾਬਰ ਇੱਥੇ ਆਇਆ, ਬਾਬਰ ਹਮਲਾ ਕਰਕੇ ਕਿਹੜੇ ਰਾਹਾਂ ਰਾਹੀਂ ਵਾਪਸ ਗਿਆ, ਕਿਸੇ ਨੂੰ ਰਾਹ ਵੀ ਯਾਦ ਨਹੀਂ ਤੇ ਪੂਜਾ ਕਰਨੀ ਤਾਂ ਦੂਰ। ਅਬਦਾਲੀ ਵਰਗੇ, ਮਹਿਮੂਦ ਗਜਨਵੀ ਵਰਗੇ ਹਜ਼ਾਰਾਂ ਹਮਲਾਵਰ ਭਾਰਤ ਦੀ ਧਰਤੀ 'ਤੇ ਆਏ, ਅੰਗਰੇਜ਼ ਵੀ ਆਏ। ਉਹ ਇੱਥੋਂ ਲੁੱਟ ਕੇ ਬਾਦਸ਼ਾਹ ਸਥਾਪਿਤ ਕਰਕੇ ਬੜਾ ਬੜਾ ਲੰਮਾ ਸਮਾਂ ਰਾਜ ਕਰਕੇ ਚਲੇ ਗਏ। ਕੋਈ ਉਹਨਾਂ ਦੇ ਰਾਹਾਂ ਨੂੰ, ਨਾ ਤਾਂ ਆਉਣ ਵਾਲਿਆਂ ਨੂੰ, ਨਾ ਜਾਣ ਵਾਲਿਆਂ ਨੂੰ ਰਾਹਾਂ ਨੂੰ, ਨਾ ਤਾਂ ਬਹੁਤ ਲੋਕ ਜਾਣਦੇ ਨੇ, ਨਾ ਪੂਜਦੇ ਹਨ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਆਨੰਦਪੁਰ ਸਾਹਿਬ ਦਾ ਜਦੋਂ ਮਹਾਰਾਜ ਜੀ ਨੇ ਨਗਰ ਛੱਡਿਆ ਤੇ ਮਹਾਰਾਜ ਦੇ ਕਦਮ ਚਲਦਿਆਂ ਚਲਦਿਆਂ ਜਿਹੜੇ ਅਬਚਲ ਨਗਰ ਤੱਕ ਗਏ, ਤੇ ਉਹ ਹਰੇ ਜਿੱਥੇ ਮਹਾਰਾਜ ਜੀ ਨੇ ਕੁਝ ਪਲਾਂ ਦਾ, ਕੁਝ ਘੜੀਆਂ ਦਾ, ਕੁਝ ਛੋਟੀ ਜਿਹੀ ਘਟਨਾ ਦੇ ਵੀ ਮਹਾਰਾਜ ਗਵਾਹ ਬਣੇ। ਕੋਈ ਥਾਂ ਟਾਹਲੀ ਸਾਹਿਬ ਕਰਕੇ, ਕੋਈ ਜੰਡ ਸਾਹਿਬ ਕਰਕੇ, ਕੋਈ ਰੇਰੂ ਸਾਹਿਬ ਕਰਕੇ, ਕੋਈ ਚਸ਼ਮਾ ਸਾਹਿਬ ਕਰਕੇ, ਕੋਈ ਕਿਰਪਾਨ ਭੇਟ ਕਰਕੇ, ਕੋਈ ਉੱਚ ਦੇ ਪੀਰ ਕਰਕੇ, ਬੜੀਆਂ ਥਾਵਾਂ ਜਿਹੜੀਆਂ ਮਹਾਰਾਜ ਦੀ ਯਾਦਗਾਰ ਨਾਲ ਆਬਾਦ ਹੋ ਗਈਆਂ। ਇਹਨੂੰ ਤਾਂ ਕਿਹਾ ਬਾਣੀ ਦੇ ਵਿੱਚ, ਜਿੱਥੇ ਜਾਏ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਕਿਉਂ? ਕਿਉਂਕਿ ਗੁਰੂ ਦਾ ਗਿਆਨ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਉਹਦੇ ਨਾਲ ਚੱਲਦੀ ਹੈ। ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਤੇ ਮਹਾਰਾਜ ਨੇ ਆਪਣੇ ਦਿਲ ਅੰਦਰ ਕੋਈ ਵੈਰ ਦਾ ਵੱਡਾ ਭਾਂਬੜ ਬਾਲ ਲਿਆ ਤੇ ਮਹਾਰਾਜ ਰਾਜ ਵਿੱਚ ਜਾਂਦਿਆਂ ਹੋਇਆਂ ਜਿੰਨੇ ਮੁਸਲਮਾਨ ਨਜ਼ਰ ਆਏ ਉਹਨਾਂ ਦੇ ਨਾਲ ਵਿਰੋਧ ਕਰਦੇ ਗਏ। ਕਮਾਲ ਤਾਂ ਚੋਜੀ ਪ੍ਰੀਤਮ ਨੇ ਉਦੋਂ ਹੀ ਕਰ ਦਿੱਤਾ ਕਿ ਇੱਕ ਪਾਸੇ ਕੂੜਿਆਰੀ ਮੁਗਲਾਂ ਦੇ ਨਾਲ ਜੰਗ ਹੈ, ਦੂਜੇ ਪਾਸੇ ਧਰਮ ਸਿਦਕ ਦੇ ਵਿੱਚ ਪੱਕੇ ਗਨੀ ਖਾਨ, ਨਬੀ ਖਾਨ ਵਰਗੇ ਮਹਾਰਾਜ ਕੋਲੋਂ ਪਹੁੰਚਦੇ ਨੇ ਤੇ ਕਹਿਣ ਲੱਗੇ ਮਹਾਰਾਜ ਕਿੱਥੋਂ ਅੱਗੇ ਉੱਚ ਦੇ ਪੀਰ ਬਣ ਕੇ ਨਿਕਲਾ। ਆਮ ਦ੍ਰਿਸ਼ਟੀ ਕਹੇ ਕਿ ਗੁਰੂ ਸਾਹਿਬ ਮੁਸਲਮਾਨਾਂ ਦੇ ਵਿਰੋਧੀ ਹਨ, ਪਰ ਜਿਹੜੀ ਗੁਰੂ ਸੁਰਤ ਨੂੰ ਬੁੱਝਣ ਵਾਲੀ ਦ੍ਰਿਸ਼ਟੀ ਉਹ ਕਹੇ ਕਿ ਗੁਰੂ ਸਾਰਿਆਂ ਨੂੰ ਸਾਂਝੀ ਨਿਵਾਜਿਸ਼ ਕਰਦਾ ਹੈ। ਗੁਰੂ ਹਿੰਦੂ ਜਾਂ ਮੁਸਲਮ ਦੇ ਖਿਲਾਫ ਨਹੀਂ, ਗੁਰੂ ਜ਼ੁਲਮ ਜਾਂ ਅਤਿਆਚਾਰ ਦੇ ਖਿਲਾਫ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਫ਼ਰਾਂ ਦੀ ਗਾਥਾ ਆਪ ਜੀ ਨੇ ਭਾਈ ਗਨੀ ਖਾਨ, ਨਬੀ ਖਾਨ, ਦੋ ਮੁਸਲਿਮ ਭਰਾ ਜਿਹੜੇ ਗੁਰੂ ਸਾਹਿਬ ਜੀ ਨਾਲ ਘੋੜਿਆਂ ਦਾ ਵਪਾਰ ਕਰਦੇ ਸਨ, ਇਹ ਉੱਚ ਦਾ ਪੀਰ ਬਣਾ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਲੈ ਕੇ ਨਿਕਲੇ ਹਨ। ਤੇ ਬਾਜਾਂ ਵਾਲੇ ਦਾ ਅੱਜ ਨਿਰਾਲਾ ਰੂਪ ਹੈ। ਕਦੇ ਪਾਤਸ਼ਾਹ ਦੇ ਸਿਰ ਤੇ ਦੁਮਾਲਾ ਸਜਿਆ ਹੁੰਦਾ ਹੈ, ਦੁਮਾਲੇ ਦੇ ਉੱਪਰ ਚੱਕਰ ਹਨ, ਚੱਕਰਾਂ ਦੇ ਉੱਪਰ ਛੋਟੇ ਚੱਕਰ ਹਨ, ਵਿੱਚ ਚੰਦਰਮਾ ਲੱਗੇ ਹੋਏ ਹਨ, ਵਿੱਚ ਛੋਟੀਆਂ ਖੰਡੇ ਦੀਆਂ ਵਿਚਾਕਾਰਲੀਆਂ ਕਿਰਪਾਨਾਂ ਲੱਗੀਆਂ ਹੁੰਦੀਆਂ ਹਨ।
ऐसी महाराज की दस्तार की शान है, उपर जिगा कलगी सोंदी है। पर अज सतगुरु गुरु गोबिंद सिंह साहब महाराज जी का फकीरी लिबास है। फकीरी लिबास भाव कि उच्च दे पीर वाला ਜਿਹੜੇ ਕੇਸਾਂ ਦਾ ਸਿਰ ਦੇ ਮੱਧ ਦੇ ਵਿੱਚ ਜੂੜਾ ਹੁੰਦਾ ਸੀ, ਅੱਜ ਉਹ ਕੇਸ ਮਹਾਰਾਜ ਨੇ ਪਿੱਠ ਵੱਲ ਪਿਛਾਂਹ ਨੂੰ ਰੱਖ ਕੇ ਤੇ ਮਹਾਰਾਜ ਨੇ ਇੱਕ ਢਿੱਲੀ ਦਸਤਾਰ ਬੱਧੀ ਹੋਈ ਹੈ ਨੀਲੇ ਰੰਗ ਦੀ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਿਰ ਇੱਥੋਂ ਉੱਚ ਦੇ ਪੀਰ ਵਿੱਚ ਚੱਲ ਕੇ, ਕਿਉਂਕਿ ਅੱਜ ਦਾ ਸਾਰਾ ਹੀ ਸਫ਼ਰ ਮੈਂ ਗੁਰੂ ਕਿਰਪਾ ਸਦਕਾ ਮਹਾਰਾਜ ਰਹਿਮਤ ਰੱਖੇ ਅਰਜ਼ ਕਰਨ ਦਾ ਯਤਨ ਕਰਾਂਗਾ, ਕਿਉਂਕਿ ਮਹਾਰਾਜ ਜੀ ਨੇ ਜਿਹੜੇ ਸਾਹਿਬਜ਼ਾਦਿਆਂ ਦੀ ਖਬਰ ਸੀ ਨਾ, ਉਹ ਗੁਰੂ ਸਾਹਿਬ ਜੀ ਨੇ ਰਾਏਕੋਟ ਵਿਖੇ ਰਾਏ ਕੱਲੇ ਦੇ ਪਾਸ ਜਾ ਕੇ ਸੁਣੀ ਸੀ। ਇਸ ਕਰਕੇ ਇੱਧਰ ਸਾਕਾ ਸਰਹੰਦ ਦੇ ਵਾਪਰਨ ਦੀ ਗਾਥਾ ਜਿਹੜੀ ਹੈ ਕੱਲ੍ਹ ਤੋਂ ਅਰਜ਼ ਕਰਾਂਗਾ। ਅੱਜ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸਫ਼ਰ ਉੱਚ ਦੇ ਪੀਰ ਦੇ ਰੂਪ ਵਿੱਚ ਸ਼ੁਰੂ ਹੋ ਕੇ ਕਿਵੇਂ ਰਾਏਕੋਟ ਪੁੱਜਦਾ, ਕਿਹੜੇ ਨਗਰਾਂ ਵਿੱਚ ਕੀ ਕੀ ਚੋਜ ਕਰਦੇ ਹੋਏ ਮੇਰੇ ਚੋਜੀ ਪ੍ਰੀਤਮ ਗਏ, ਇਹ ਸਾਰੇ ਸਫ਼ਰ ਦੀ ਗਾਥਾ। ਕਿਉਂਕਿ ਉਹ ਸਫ਼ਰ ਵੀ ਪੂਜਨੀਕ ਨੇ, ਮਹਾਰਾਜ ਦੇ ਸਫ਼ਰ ਕੋਈ ਆਸਾਨ ਨਹੀਂ ਰਹੇ, बड़े बिखम रहे महाराज दे सफ़र। इस करके इस सारे शहादतां दे बिखड़े पैंडियां दे सफ़र की गाथा उच्च दे पीर तो लैके रायकोट तक आप जी दे सन्मुख रखण दा यतन करां। इतिहास की लड़ीवार विचार आरंभ करन तो पहलां, गुरु जीवन की गाथा सांझी करन तो पहलां बड़े अदब सहित गुर फतेह की सांझ करो जी। वाहिगुरू जी का खालसा, वाहिगुरू जी की फतेह। ਜਦੋਂ ਪਟਨੇ ਦੀ ਧਰਤੀ ਦੇ ਗੁਰੂ ਸਾਹਿਬ ਜੀ ਨੇ ਆਪਣੇ ਬਾਲ ਕੌਤਕ ਕੀਤੇ ਨਾ, ਕਦੇ ਗੁਲੇਲਾਂ ਦੇ ਨਾਲ ਘੜੇ ਭੰਨ ਦੇਣੇ, ਕਦੇ ਤੀਰਾਂ ਦੇ ਨਾਲ ਗਾਗਰਾਂ ਵਿੰਨ ਦੇਣੀਆਂ, ਕਦੇ ਆਪਣੇ ਸਾਥੀ ਬਾਲਕਾਂ ਦੇ ਨਾਲ ਨਕਲੀ ਯੁੱਧ ਕਰਨੇ ਤੇ ਆਪ ਸੈਨਾਪਤੀ ਬਣ ਕੇ ਰਹਿਣਾ। ਉਦੋਂ ਮਾਤਾ ਗੁਜਰੀ ਦੇ ਕੋਲੋਂ ਤਰ੍ਹਾਂ ਤਰ੍ਹਾਂ ਦੇ ਉਲਾਂਭੇ ਵੀ ਆਉਂਦੇ ਨੇ, ਤੇ ਕੁਝ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਧਾਲੂ ਵੀ ਸਨ, ਜਿਹੜੇ ਲੋਕ ਉੱਥੇ, ਉਹ ਆ ਕੇ ਉਹਦੇ ਲਾਲ ਦੀਆਂ ਸਿਫਤਾਂ ਵੀ ਕਰਿਆ ਕਰਦੇ ਸਨ ਕਿ ਤੁਹਾਡਾ ਲਾਲ ਤੀਰ ਅੰਦਾਜ਼ੀ 'ਚ ਬੜਾ ਮਾਹਰ ਹੈ, ਗੁਲੇਲ ਬੜੀ ਚੰਗੀ ਚਲਾਉਂਦਾ ਹੈ। ਨਿੱਕੇ ਹੁੰਦਿਆਂ ਹੀ ਮਹਾਰਾਜ ਨੇ ਜਿਹੜਾ ਕਿਹਾ ਨਾ, ਅਵਰ ਬਾਸਨਾ ਨਾਹਿ ਮੋਇ ਧਰਮ ਯੁੱਧ ਕਿਆ ਚਾਹੇ, ਨਿੱਕੇ ਹੁੰਦਿਆਂ ਹੀ ਮਹਾਰਾਜ ਆਪਣੇ ਦੋ ਸਾਥੀਆਂ ਦੇ ਟੋਲੇ ਬਣਾ ਕੇ ਨਕਲੀ ਯੁੱਧ ਕਰਿਆ ਕਰਦੇ ਸਨ। ਨਿੱਕੇ ਹੁੰਦਿਆਂ ਹੀ ਕਲਗੀਧਰ ਪਾਤਸ਼ਾਹ ਦੀ ਜੰਗਾਂ ਯੁੱਧਾਂ ਵਾਲੀ ਅਜ਼ਮਤ ਝਲਕਣ ਲੱਗ ਪਈ ਸੀ। ਤੇ ਬਾਦਸ਼ਾਹ ਦੇ ਨਾਲ ਅਸੀਂ ਇੱਕ ਵਿਸ਼ੇਸ਼ਣ ਵਰਤਦੇ ਹਾਂ, ਚੋਜੀ ਪ੍ਰੀਤਮ। ਚੋਜ ਸ਼ਬਦ ਵਰਤਦੇ ਹਾਂ ਮਹਾਰਾਜ ਦੇ ਲਈ। ਚੋਜ ਦਾ ਮਤਲਬ ਕੀ ਹੈ ਕਿ ਜਿਵੇਂ ਜਿਹੜਾ ਗੁਰੂ ਹੈ, ਭਾਵੇਂ ਉਹ ਮਨੁੱਖੀ ਜਾਮੇ 'ਚ ਧਰਤੀ 'ਤੇ ਵਿਚਰ ਰਿਹਾ ਹੁੰਦਾ ਹੈ, ਪਰ ਖੰਡ ਬ੍ਰਹਿਮੰਡ ਧਰਤ ਪਤਾਲ ਆਕਾਸ਼ ਦੀ ਸਾਰੀ ਸ਼ਕਤੀ ਦਾ ਮਾਲਕ ਹੁੰਦਾ ਤੇ ਸਾਰੇ ਕੁਝ ਉਹਦੇ ਹੁਕਮ ਵਿੱਚ ਚੱਲ ਰਹੇ ਹੁੰਦੇ। ਪਰ ਗੁਰੂ ਕਿਉਂਕਿ ਮਨੁੱਖੀ ਜਾਮੇ ਵਿੱਚ ਆਇਆ, ਉਹਨੇ ਮਨੁੱਖਾਂ ਵਰਗੀ ਵੱਡੀ ਕਲਾ ਪ੍ਰਗਟਾਉਣੀ ਹੈ, ਪਰਮ ਪੁਰਖ ਵਾਲੀ। ਤਾਂ ਫਿਰ ਸਤਿਗੁਰੂ ਭਾਣੇ ਦਾ ਮਾਲਕ, ਸਭ ਕੁਝ ਦਾ ਅਜ਼ਮਤ ਦਾ ਮਾਲਕ ਹੋ ਕੇ ਫਿਰ ਗੁਰੂ ਆਪਣੀ ਧਰਤੀ ਤੇ ਆਪਣੇ ਮਨੁੱਖਾਂ ਦੇ ਕਲਿਆਣ ਦੇ ਲਈ ਜੋ ਕਰਮ ਕਰਦਾ, ਉਹ ਕਰਮ ਬਾਹਰੀ ਨਜ਼ਰ ਤੋਂ ਤਾਂ ਨਹੀਂ ਸਮਝ ਆਉਂਦੇ, ਪਰ ਹਰ ਕਰਮ ਦੇ ਮਗਰ ਗੁਰੂ ਦੀ ਕੋਈ ਨਾ ਕੋਈ ਗਹਿਰੀ ਰਮਜ ਛੁਪੀ ਹੁੰਦੀ ਹੈ। ਤੇ ਜਿਸ ਕਰਮ, ਗੁਰੂ ਦੇ ਕਰਮ ਮਗਰ ਗਹਿਰੀ ਰਮਜ ਛਪੀ ਹੋਵੇ ਤੇ ਸਿੱਖ ਉਹਨੂੰ ਵਿਚਾਰ ਕੇ ਗੁਰੂ ਸੁਰਤ ਦੀ ਉਚਾਈ ਦੇ ਅਨੁਕੂਲ ਉਹਨੂੰ ਬੁੱਝ ਲਵੇ, ਉਹਨੂੰ ਚੋਜ ਕਿਹਾ ਜਾਂਦਾ। ਤੇ ਚੋਜ ਦੀ ਕਲਾ ਵੱਖਰੀ ਹੁੰਦੀ ਹੈ। ਚੋਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਜੀ ਨੇ ਨੀਲਾ ਲਿਬਾਸ ਧਾਰਨ ਕੀਤਾ ਜਦੋਂ ਉੱਚ ਦੇ ਪੀਰ ਵਿੱਚ ਮਹਾਰਾਜ ਚੱਲਣ ਲੱਗੇ। ਤੇ ਉਸ ਸਮੇਂ ਗਨੀ ਖਾਨ ਨਬੀ ਖਾਨ ਨੇ ਕਿਹਾ ਕਿ ਮਹਾਰਾਜ ਕਿ ਸਾਰਾ ਇਹ ਇਲਾਕਾ ਇਸਲਾਮ ਦੇ ਅਧੀਨ ਹੈ। ਵਜੀਦ ਖਾਨ ਦਾ ਇਹ ਸਾਰਾ ਇਲਾਕਾ ਲੱਗਦਾ ਹੈ, ਕੋਈ ਵੀ ਰਾਹ ਮਹਾਰਾਜ ਸੁਰੱਖਿਅਤ ਨਹੀਂ ਹੈ। ਰਣਨੀਤੀ ਕੀ ਹੋਵੇਗੀ? ਮਹਾਰਾਜ ਨੇ ਕਿਹਾ ਕਿ ਕਹਿਣ ਲੱਗੇ ਮਹਾਰਾਜ ਥਾਂ ਥਾਂ ਤੇ ਪੁੱਛਗਿੱਛ ਹੋਵੇਗੀ। ਬੜੇ ਬੜੇ ਜਿਹੜੇ ਹਨ ਮੁਗਲਾਂ ਦੇ ਗਸ਼ਤੀ ਜਥੇ ਤੁਰੇ ਫਿਰਦੇ ਹਨ, ਦੋ ਦੋ ਕੋ ਇੱਕ ਇੱਕ ਕੋ ਚੱਲਣਾ ਵੀ ਬੜਾ ਔਖਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਭਾਵੇਂ ਉੱਚ ਦੇ ਪੀਰ ਦੇ ਰੂਪ ਵਿੱਚ ਸੱਜ ਗਏ ਨੇ, ਪਰ ਅਜੇ ਸਫ਼ਰ ਉਹਨਾਂ ਆਸਾਨ ਨਹੀਂ ਹੈ। ਭਾਵੇਂ ਮਹਾਰਾਜ ਨੇ ਕਿਸੇ ਜਿਹੜਾ ਸ਼ੇਖ ਬਹਾਉਦੀਨ, ਜਿਹੜਾ ਬਹਾਵਲਪੁਰ ਤੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਚੱਲਿਆ ਸੀ ਉਦਾਸੀਆਂ ਤੇ, ਉੱਥੋਂ ਮਹਾਰਾਜ ਭਾਵੇਂ ਚੱਲੇ ਸਨ, ਭਾਵੇਂ ਉਸ ਬਾਣੇ ਨੂੰ ਮਹਾਰਾਜ ਨੇ ਨਵਾਜ਼ਿਸ਼ ਕੀਤੀ ਹੈ, ਭਾਵੇਂ ਮਹਾਰਾਜ ਨੇ ਫਕੀਰੀ ਲਿਬਾਸ ਧਾਰਨ ਕੀਤਾ ਹੈ, ਪਰ ਫਿਰ ਵੀ ਇੱਕ ਵੱਡਾ ਜਿਹੜਾ ਹੈ ਸਹਿਕਦਾ ਹੋਇਆ ਭੈ ਜਿਹੜਾ ਹੈ
ਉਹ ਗਨੀ ਖਾਨ ਨਬੀ ਖਾਨ ਦੇ ਮਨ 'ਚ। ਮਹਾਰਾਜ ਕਹਿਣ ਲੱਗੇ ਜੇ ਕਰਤਾ ਪੁਰਖ ਨੇ ਸਾਨੂੰ ਲਿਬਾਸ ਧਾਰਨ ਕਰਵਾਇਆ ਨਾ ਤੇ ਇਹਦੀ ਗੱਲ ਵੀ ਸਾਰੀ ਮਹਾਰਾਜ ਆਪ ਕਰਨਗੇ। ਹੁਣ ਇੱਥੋਂ ਨਿਕਲਣ ਦੇ ਲਈ ਜਦੋਂ ਗੁਰੂ ਸਾਹਿਬ ਮਹਾਰਾਜ ਨਿਕਲੇ ਤਾਂ ਹੁਣ ਇਕੱਲਾ ਇੱਥੇ ਇਹ ਨਹੀਂ ਸੀ ਕਿ ਜਿਹੜਾ ਨੂਰਪੁਰੀਆ ਕਾਜੀ ਸੈਯਦ ਨੂਰ ਸੀ ਕਿ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਦਦ ਕੀਤੀ। ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਗੁਰੂ ਕੀਆਂ ਸਾਖੀਆਂ ਸਵਰੂਪ ਸਿੰਘ ਕੌਸ਼ਿਸ਼ ਤੇ ਗਿਆਨੀ ਗਿਆਨ ਸਿੰਘ ਨੇ ਭਾਵੇਂ 2 ਨਾਂ ਲਿਖੇ ਨੇ ਤੇ ਸਰੂਪ ਸਿੰਘ ਕੌਸ਼ਿਸ਼ ਨੇ 5 ਨਾਮ ਲਿਖੇ ਨੇ ਕਿ 5 ਕਾਜੀ ਤੇ ਸੈਯਦ ਪੀਰਾਂ ਦੀ ਮਦਦ ਦੇ ਨਾਲ ਮਹਾਰਾਜ ਇੱਥੋਂ ਉੱਚ ਦੇ ਪੀਰ ਵਿੱਚ ਰੂਪ ਦੇ ਵਿੱਚ ਨਿਕਲੇ ਨੇ। ਸਭ ਤੋਂ ਪਹਿਲਾਂ ਸੈਯਦ ਅਨਾਇਤ ਅਲੀ ਨੂਰਪੁਰੀਆ, ਉਸ ਤੋਂ ਬਾਅਦ ਸੈਯਦ ਹਸਨ ਅਲੀ ਮੁੱਠੂ ਮਾਜਰੇ ਵਾਲਾ, ਉਸ ਤੋਂ ਬਾਅਦ ਜਿਹੜਾ ਕਾਜੀ ਚਿਰਾਗ ਸ਼ਾਹ ਅਜਨੇਰੀਆ, ਸਬੇਗ ਸ਼ਾਹ ਹਲਵਾਰੀਆ। ਇਹ ਕੁੱਲ 5 ਨਾਮ ਮਿਲਦੇ ਹਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਉੱਚ ਦੇ ਪੀਰ ਰੂਪ ਵਿੱਚ ਲਿਖਣ ਦੀ ਗੁਰੂ ਸਾਹਿਬ ਜੀ ਦੇ ਰਾਹਾਂ ਦੇ ਵਿੱਚ ਇਹ ਮਹਾਰਾਜ ਦੇ ਨਾਲ ਰਹੇ। ਇਹ ਕੌਣ ਹਨ? ਕਾਜੀ ਤੇ ਸੈਯਦ। ਇੱਕ ਕਾਜੀ ਉਹ ਵੀ ਸੀ ਜਿਨਨੇ ਛੋਟੇ ਲਾਲਾਂ ਦੀ ਸਰਹੰਦ ਦੀਆਂ ਦੀਵਾਰਾਂ ਵਿੱਚ ਚੜਨ ਦਾ ਫਤਵਾ ਪੜ੍ਹਿਆ। ਇੱਕ ਕਾਜੀ ਚਿਰਾਗ ਸ਼ਾਹ ਅਜਨੇਰੀਆ ਵੀ ਹੈ, ਸਬੇਗ ਸ਼ਾਹ ਹਲਵਾਰੀਆ ਵੀ, ਹਸਨ ਅਲੀ ਮੁੱਠੂ ਮਾਜਰੇ ਵਾਲਾ, ਕਾਜੀ ਪੀਰ ਮੁਹੰਮਦ ਸਲੋਹ ਵਾਲਾ ਵੀ ਹੈ। ਇਹ ਤੇ 3 ਕਾਜੀ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਫ਼ਰਾਂ ਵਿੱਚ ਸਹਾਇਕ ਰਹੇ। ਇਹ ਉਹ ਕਾਜੀ ਕਿਹੜੇ ਹਨ? ਇੱਕ ਬਾਣੀ ਜ਼ਿਕਰ ਆਉਂਦਾ ਵੱਡੀ ਲੈ ਕੇ ਹੱਕ ਗਵਾਏ। ਇੱਕ ਕਾਜੀ ਹੁੰਦਾ ਜਿਹੜਾ ਰਿਸ਼ਵਤ ਲੈ ਕੇ ਆਪਣਾ ਦੀਨ ਧਰਮ ਗਵਾ ਦਿੰਦਾ ਹੈ। ਇੱਕ ਕਾਜੀ ਦਾ ਮਤਲਬ ਨਿਆਂ ਕਰਨ ਵਾਲਾ। ਮੁਸਲਮਾਨਾਂ ਦੇ ਰਾਜ ਵਿੱਚ ਜਿਹੜੇ ਜੱਜ ਹੁੰਦੇ ਸਨ ਉਹਨਾਂ ਨੂੰ ਕਾਜੀ ਕਿਹਾ ਜਾਂਦਾ ਸੀ। ਮੌਲਵੀ ਉਹ ਹੁੰਦੇ ਨੇ ਜਿਹੜੇ ਇਸਲਾਮ ਦੀ ਵਿੱਦਿਆ ਪੜ੍ਹਾਉਂਦੇ ਨੇ। ਇਸ ਕਰਕੇ ਕਾਜੀ ਗੁਰੂ ਸਾਹਿਬ ਜੀ ਨੇ ਇੱਕ ਪਾਸੇ ਕਿਹਾ ਬਾਣੀ 'ਚ ਵੀ ਜਿਹੜੇ ਰਿਸ਼ਵਤ ਲੈ ਕੇ ਆਪਣਾ ਦੀਨ ਧਰਮ ਈਮਾਨ ਗਵਾ ਦਿੰਦੇ। ਦੂਜੇ ਪਾਸੇ ਇਹ ਵੀ 3 ਕਾਜੀ ਹਨ, ਕਾਜੀ ਪੀਰ ਮੁਹੰਮਦ ਸਲੋਹ ਵਾਲਾ, ਕਾਜੀ ਚਿਰਾਗ ਸ਼ਾਹ ਜਨੇਰੀਆ ਤੇ ਸਬੇਗ ਸ਼ਾਹ ਹਲਵਾਰੀਆ। ਇਹ ਵੱਖੋ ਵੱਖ ਇਲਾਕਿਆਂ ਦੇ ਨਾਲ ਸੰਬੰਧਿਤ ਨੇ। ਇਹ ਇਲਾਕੇ ਸਾਰੇ ਜਿਹੜੇ ਹਨ ਇਹ ਚਮਕੌਰ ਮਾਛੀਵਾੜੇ ਦੇ ਨੇੜੇ ਦੇ ਹਨ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰਬਾਣੀ 'ਚ ਲਿਖਿਆ ਕਿ ਦੂਜੇ ਪਾਸੇ ਇਹ ਉਹ ਕਾਜੀ ਹਨ ਜਿਹੜੇ ਕਾਜ਼ੀਆਂ ਨੇ ਦੀਨ ਦਾ ਪੱਲਾ ਘੁੱਟ ਕੇ ਪਕੜਿਆ ਹੋਇਆ, ਜਿਹੜੇ ਭਾਵੇਂ ਖੁਦ ਇਸਲਾਮੀ ਸ਼ਰਾਹ ਦੇ ਅਨੁਸਾਰ ਆਪਣੇ ਮਜ਼ਹਬ ਵਿੱਚ ਰਹਿੰਦੇ ਨੇ ਪਰ ਉਹਨਾਂ ਨੂੰ ਇਲਮ ਹੈ ਕਿ ਜਿਹੜੀ ਸਾਡੀ ਇਸਲਾਮੀ ਰਾਜ ਸੱਤਾ ਤੇ ਸਾਡੇ ਅੱਜ ਬਾਦਸ਼ਾਹ ਬਣ ਕੇ ਬੈਠੇ ਨੇ, ਚਾਹੇ ਔਰੰਗਜ਼ੇਬ ਹੋਵੇ, ਚਾਹੇ ਸੂਬਿਆਂ ਦੇ ਰੂਪ ਵਿੱਚ ਵਜ਼ੀਰ ਖਾਂ ਹੋਣ, ਇਹ ਠੀਕ ਹੈ ਕਿ ਇਸਲਾਮੀ ਲੋਕ ਰਾਜ ਸੱਤਾ ਤੇ ਬਹਿ ਗਏ ਨੇ ਪਰ ਇਹਨਾਂ ਨੇ ਦੀਨ ਛੱਡ ਦਿੱਤਾ ਹੈ। ਭਾਰਤ ਦੇ ਵਿੱਚ ਇਸਲਾਮ ਦੀ ਜੜ ਪਤਾ ਕਿੰਨਾ ਨੇ ਲਾਈ? ਜਿਹੜੇ ਸੂਫੀ ਫਕੀਰ ਬੰਦਗੀ ਪ੍ਰੇਮ ਵਿੱਚ ਰੰਗੇ ਹੋਏ ਸਨ। ਇਸ ਕਰਕੇ ਇਹ ਉਹ ਕਾਜੀ ਹਨ ਜਿਨ੍ਹਾਂ ਨੂੰ ਆਪਣੇ ਦੀਨ ਮਜ਼ਹਬ ਦੀ ਸਹੀ ਅਕਲ ਹੈ। ਉਹਨਾਂ ਨੂੰ ਪਤਾ ਹੈ ਕਿ ਸਾਡਾ ਇਸਲਾਮ ਵੀ ਇਸ ਤਰ੍ਹਾਂ ਦੇ ਜ਼ੁਲਮ ਅਤਿਆਚਾਰ ਦੀ ਸ਼ਰ੍ਹਾ ਕਿਤੇ ਵੀ ਇਜਾਜ਼ਤ ਨਹੀਂ ਦਿੰਦੀ ਜਿਹਦੇ ਰੁਝਾਨ ਅੱਜ ਕੱਲ੍ਹ ਔਰੰਗਜ਼ੇਬ ਤੇ ਉਹਦੇ ਸੂਬੇਦਾਰਾਂ ਨੇ ਫੜੇ ਹੋਏ ਹਨ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਨਿਸ਼ਠਾ ਰੱਖਦੇ ਨੇ। ਨਿਸ਼ਠਾ ਦਾ ਮਤਲਬ ਕਿ ਭਾਵੇਂ ਸਾਡੇ ਮਜ਼ਹਬ ਦਾ ਨਹੀਂ ਹੈ ਪਰ ਤੂੰ ਸੱਚਾ ਹੈ, ਭਾਵੇਂ ਸਾਡੀ ਸ਼ਰ੍ਹਾ ਦੇ ਵਿੱਚ ਤੇਰਾ ਕੋਈ ਨੇਮ ਫਿੱਟ ਨਹੀਂ ਬਹਿੰਦਾ ਪਰ ਕਿਉਂਕਿ ਤੂੰ ਅੱਲਾ ਦੀ ਉਪਾਸਨਾ ਦੇ ਲਈ ਕੁੱਲ ਮਾਨਵਤਾ ਨੂੰ ਇਕੱਠਾ ਕੀਤਾ ਹੈ, ਸਭ ਤਰ੍ਹਾਂ ਦੇ ਵਿਤਕਰੇ ਮਿਟਾਏ ਨੇ, ਇਸ ਕਰਕੇ ਸੱਚ ਦੇ ਵਿੱਚ ਇਹਨਾਂ ਦੀ ਨਿਸ਼ਠਾ ਹੈ, ਮਹਾਰਾਜ ਦੇ ਨਾਲ ਚੱਲੇ ਨੇ। ਮਹਾਰਾਜ ਇੱਥੋਂ ਚੱਲ ਕੇ ਮਾਛੀਵਾੜੇ ਤੋਂ ਕੀੜੀ ਅਫਗਾਨਾ ਘੁੰਗਰਾਲੀ ਹੁੰਦਿਆਂ ਮਾਨੂਪੁਰ ਦੀ ਵਿੱਚ ਹੋ ਕੇ ਮਹਾਰਾਜ ਇੱਥੋਂ ਜਦੋਂ ਮਹਾਰਾਜ ਚੱਲਣ ਲੱਗੇ ਮਾਨੂਪੁਰ ਦੇ ਵਿੱਚ ਦੀ ਤੇ ਜਿਹੜਾ ਕਾਜੀ ਚਿਰਾਗ ਸ਼ਾਹ ਅਜਨੇਰੀਆ, ਜਨੇਰ ਪਿੰਡ ਦਾ ਰਹਿਣ ਵਾਲਾ, ਉਹ ਕਹਿਣ ਲੱਗਾ ਮਹਾਰਾਜ ਕਿ ਤੁਹਾਡੇ ਲਿਬਾਸ ਦੇ ਵਿੱਚ ਜਿਹੜੀਆਂ ਬਖਸ਼ਿਸ਼ਾਂ ਨਾ ਇਹ ਅਮਰ ਰਹਿੰਦੀਆਂ ਨੇ। ਜਿਸ ਜਗ੍ਹਾ ਤੁਹਾਡੇ ਇਸ ਲਿਬਾਸ ਦੇ ਚਰਨ ਪੈ ਜਾਣੇ ਮਹਾਰਾਜ ਉਹ ਥਾਵਾਂ ਅਮਰ ਹੋ ਜਾਣਗੀਆਂ। ਇਹ ਕਹਿੰਦੇ ਜ਼ਿਕਰ ਮਿਲਦਾ ਇਤਿਹਾਸ ਦੇ ਵਿੱਚ ਕਿ ਮੋਰ ਦੇ ਖੰਭਾਂ ਦੀ ਚੌਰ ਦੀ ਸੇਵਾ ਵੀ ਇਹ ਕਰਦਾ ਰਿਹਾ ਸੀ। ਇਹ ਤੇ ਮੁੱਠੂ ਮਾਜਰੇ ਵਾਲਾ ਸੈਯਦ ਹਸਨ ਅਲੀ, ਇਹ ਦੋਵੇਂ ਇੰਜ ਸੇਵਾ ਕਰਦੇ ਜਾ ਰਹੇ ਹਨ। ਤੇ ਇਹਦੇ ਮਨ 'ਚ ਆਈ, ਕਹਿਣ ਲੱਗਾ ਮਹਾਰਾਜ ਨੂੰ ਮੋਰਾਂ ਦੇ ਪੰਖਾਂ ਦਾ ਚੌਰ ਫੜਾ ਕੇ ਸੈਯਦ ਹਸਨ ਅਲੀ ਨੂੰ ਕਹਿਣ ਲੱਗਾ ਮੈਂ ਪਾਤਸ਼ਾਹ ਨੂੰ ਬੇਨਤੀ ਕਰ ਲਵਾਂ। ਇੱਥੇ ਮਹਾਰਾਜ ਦਾ ਪਲੰਗ ਇਹਨੇ ਰੁਕਵਾਇਆ ਘੁੰਗਰਾਲੀ ਵਿਖੇ। ਇੱਥੇ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਨਗਰ ਨੇੜੇ ਹੈ, ਭਾਵੇਂ ਵਲੇਵਾਂਦਾਰ ਰਾਹ ਹੈ ਪਰ ਗੁਰੂ ਸਾਹਿਬ ਜੀ ਜੇ ਮੈਂ ਤੁਹਾਡੇ ਨਾਲ ਗਿਆ
ਤੇ ਮੈਂ ਰਸਤੇ ਦਾ ਦਾਮਨ ਬਣ ਕੇ ਰਹਾਂਗਾ। ਭਾਵ ਕਿ ਤੁਹਾਡੇ ਤੇ ਕੋਈ ਵਿਪਤਾ ਆਉਣ ਤੋਂ ਪਹਿਲਾਂ ਮੈਂ ਆਪਣੇ ਪ੍ਰਾਣ ਦੇ ਦੇਵਾਂਗਾ। ਮਹਾਰਾਜ ਕਹਿਣ ਲੱਗੇ ਰਸਤਾ ਵਲੇਵਾ ਬੜਾ ਪਏਗਾ, ਅਸੀਂ ਸਿੱਧੇ ਰਾਹ ਜਾਣਾ ਹੈ। ਕਹਿਣ ਲੱਗਾ ਮਹਾਰਾਜ ਸਿੱਧੇ ਰਾਹ ਜਾਣ ਦੇ ਵਿੱਚ ਬੜੀ ਔਕੜ ਹੈ, ਥਾਂ ਥਾਂ ਤੇ ਗਸ਼ਤੀ ਜਥੇ ਹੋਣਗੇ, ਬੜੀ ਵਾਰੀ ਉਹ ਇਸ ਤਰ੍ਹਾਂ ਦੀ ਪੁੱਛ ਪੜਤਾਲ ਕਰਨਗੇ ਤੇ ਹੋ ਸਕਦਾ ਹੈ ਕਿਸੇ ਵੱਡੇ ਘੇਰੇ ਵਿੱਚ ਵੀ ਆਪ ਜੀ ਨੂੰ ਉਲਝਣਾ ਪੈ ਜਾਵੇ। ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ। ਮਹਾਰਾਜ ਨੂੰ ਇਹ ਬੇਨਤੀ ਕਰਕੇ ਇਹ ਆਪਣੇ ਪਿੰਡ ਅਜਨੇਰ ਵੱਲ ਲੈ ਗਿਆ। ਕਾਜੀ ਚਿਰਾਗ ਸ਼ਾਹ ਅਜਨੇਰੀ ਆ। ਜਾ ਕੇ ਇਹਨੇ ਪਿੰਡ ਜਿੱਥੇ ਆਪਣੇ ਪੀਰ ਦਾ ਤਕੀਆ ਬਣਿਆ ਹੋਇਆ ਸੀ, ਉੱਥੇ ਇੱਕ ਤਲਾਬ ਬਣਿਆ ਹੋਇਆ ਸੀ। ਤਲਾਬ ਦੇ ਕੰਢੇ ਨੇ ਮਹਾਰਾਜ ਗਨੀ ਨਬੀ ਖਾਨ ਦਾ ਪਲੰਗ ਉਤਰਵਾਇਆ ਤੇ ਮਹਾਰਾਜ ਦੀ ਸੇਵਾ ਕਰਨ ਦੇ ਲਈ ਹਾਜ਼ਰ ਹੋਇਆ। ਇੱਥੇ ਮਹਾਰਾਜ ਇੱਕ ਜਿਹੜਾ ਜ਼ਿਕਰ ਮਿਲਦਾ ਕਿ ਇਸ ਪਿੰਡ ਦੇ ਵਿੱਚ ਇੱਕ ਮਸੰਦ ਵੀ ਰਹਿੰਦਾ ਜਿਹਦਾ ਨਾਮ ਦੇਸਾ ਸੀ। ਜਦੋਂ ਚਿਰਾਗ ਸ਼ਾਹ ਦੇ ਮਹਾਰਾਜ ਬੈਠੇ ਹੋਏ, ਉੱਚ ਦੇ ਪੀਰ ਦੇ ਰੂਪ ਵਿੱਚ ਸੱਜੇ ਹੋਏ, ਨੀਲਾ ਬਾਣਾ, ਨੀਲੇ ਵਸਤਰ, ਮੁਰੀਦਾਂ ਦੇ ਚੋਲਿਆਂ ਦੇ ਰੰਗ ਵੀ ਨੀਲੇ। ਇਸੇ ਦੌਰਾਨ ਕੁਝ ਮੁਸਲਮਾਨ ਸ਼ਰਧਾਲੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕਿਉਂਕਿ ਉਹ ਕਾਜੀ ਨੂੰ ਜਾਣਦੇ ਸਨ, ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ, ਮਹਾਰਾਜ ਵੱਲ ਆਏ। ਆ ਕੇ ਉਹ ਕਾਜੀ ਚਿਰਾਗ ਸ਼ਾਹ ਨੂੰ ਪੁੱਛਣ ਲੱਗੇ ਵੀ ਇਹ ਪੀਰ ਕੌਣ ਹਨ। ਉਹ ਕਹਿਣ ਲੱਗਾ ਇਹ ਉੱਚ ਦੇ ਪੀਰ ਹਨ, ਬੜੀ ਕਰਨੀ ਵਾਲੇ ਹੋਏ ਹਨ, ਬੜਾ ਸਮਾਂ ਇਹ ਮੱਕੇ ਗੁਜ਼ਾਰਦੇ ਹਨ ਜਾਂ ਆਪਣੇ ਖਾਨਕਾਹਾਂ 'ਚ ਗੁਜ਼ਾਰਦੇ ਹਨ। ਅੱਜ ਕਹਿੰਦਾ ਸਾਡੇ ਇਲਾਕੇ ਦੇ ਭਾਗ ਖੁੱਲ੍ਹੇ ਨੇ, ਇਹ ਬੜੇ ਸਮੇਂ ਬਾਅਦ ਇੱਧਰ ਆਪਣੇ ਦਰਸ਼ਨ ਦੇਣ ਆਏ ਹਨ ਤੇ ਅਸੀਂ ਇਹਨਾਂ ਦੀ ਆਗਿਆ ਅਨੁਸਾਰ ਪਲੰਘ 'ਤੇ ਬਿਠਾ ਕੇ ਜਿੱਥੇ ਜਿੱਥੇ ਇਹਨਾਂ ਦੇ ਮੁਰੀਦ ਵਸਦੇ ਹਨ ਇਹਨਾਂ ਨੂੰ ਸੈਰ ਕਰਵਾ ਰਹੇ, ਆਪਣੇ ਮੁਰੀਦਾਂ ਨੂੰ ਇਹ ਦਰਸ਼ਨ ਦੇ ਰਹੇ ਹਨ। ਉਹਨਾਂ ਮੁਸਲਮਾਨਾਂ ਨੇ ਸੁਣ ਕੇ ਮਹਾਰਾਜ ਜੀ ਨੂੰ 5-5 ਰੁਪਏ ਭੇਟਾ ਰੱਖੀ ਤੇ ਮੱਥਾ ਟੇਕਿਆ। ਇਹਨੂੰ ਕਹਿੰਦੇ ਚੋਜੀ ਪ੍ਰੀਤਮ। ਕੀ ਕਲਾ ਮਹਾਰਾਜ ਵਰਤਾ ਰਹੇ ਹਨ। ਇੱਕ ਪਾਸੇ ਇਸਲਾਮੀ ਸ਼ਰ੍ਹਾ ਦੇ ਲੋਕ ਉਹਨਾਂ ਨੂੰ ਗਸ਼ਤ ਕਰਦੇ ਭਾਲਦੇ ਫਿਰਦੇ ਨੇ, ਦੂਜੇ ਪਾਸੇ ਚੋਜੀ ਪ੍ਰੀਤਮ ਨੇ। ਕਿਉਂ ਹੁਣ ਇੱਥੇ ਚੋਜੀ, ਇਹ ਤਾਂ ਕੋਈ ਆਮ ਦ੍ਰਿਸ਼ਟੀ ਤੋਂ ਇਹ ਵੀ ਕਹਿ ਦੇਗਾ ਕਿ ਇਹਦੇ ਵਿੱਚ ਚੋਜ ਕੀ ਹੈ ਜੀ। ਹੁਣ ਗੁਰੂ ਜਾਣਦਾ ਕਿ ਮੈਂ ਅਜਨੇਰ ਦੇ ਇਲਾਕੇ ਵਿੱਚੋਂ ਲੰਘ ਰਿਹਾ ਹਾਂ। ਇਸੇ ਕਿਸੇ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਸਿਫਤਾਂ ਸੁਣ ਕੇ ਜਿਨਨੇ ਕਦੇ ਆਪਣੇ ਮਨ 'ਚ ਅਰਮਾਨ ਲਿਆ ਹੋਵੇਗਾ, ਜਿਨਨੇ ਕਦੇ ਸੁਣੀ ਹੋਏਗੀ ਭੀਖਨ ਸ਼ਾਹ ਵਾਲੀ ਸਾਖੀ ਕਿ ਪਟਨੇ ਦੇ ਵਿੱਚ ਕੋਈ ਪੀਰ ਪੈਦਾ ਹੋਇਆ, ਉਸ ਪੀਰ ਨੇ ਸਾਂਝੇ ਧਰਮ ਦੇ ਰਹਿਬਰ ਹੋਣ ਦਾ ਪ੍ਰਮਾਣ ਦਿੱਤਾ, ਜਿਹੜੇ ਇਸਲਾਮੀ ਲੋਕਾਂ ਨੇ ਮਨ 'ਚ ਵਿਸ਼ਵਾਸ ਲਿਆਂਦਾ ਹੋਵੇਗਾ ਕਿ ਕਦੇ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਇੰਨੀਆਂ ਸਿਫਤਾਂ ਸੁਣੀਆਂ ਨੇ, ਜਿਹਦੀਆਂ ਜੰਗਾਂ ਦੇ ਏਡੇ ਏਡੇ ਵੱਡੇ ਸੂਰਬੀਰਾਂ ਦੇ ਕਰਤੱਵ ਸੁਣੇ ਨੇ, ਕਿੱਸੇ ਸੁਣੇ ਨੇ, ਕਦੇ ਉਹਦੇ ਦਰਸ਼ਨ ਵੀ ਹੋਣ। ਗੁਰੂ ਉਹਨਾਂ ਸਾਰਿਆਂ ਜਿਨ੍ਹਾਂ ਗੁਰੂ ਨੂੰ ਕਦੇ ਵੀ ਅਰਾਧਿਆ, ਕਿਤੇ ਵੀ ਅਰਾਧਿਆ, ਕਦੋਂ ਵੀ ਅਰਾਧਿਆ, ਕਿਸ ਤਰ੍ਹਾਂ ਵੀ ਅਰਾਧਿਆ ਹੈ, ਉਹਨਾਂ ਸਾਰੇ ਪ੍ਰੇਮੀਆਂ ਦੀ, ਜਿਵੇਂ ਅੱਜ ਕਈ ਵਾਰੀ ਸਿੱਖਾਂ ਦੇ ਮਨ 'ਚ ਰਹਿੰਦਾ ਕਿਸੇ ਫਲਾਣੇ ਧਰਮ ਦੇ ਸਵਾਮੀ ਨੂੰ ਮਿਲੀਏ, ਸ਼ਰਧਾ ਉਪਜਦੀ ਮਨ 'ਚ, ਇੰਝ ਉਹ ਇਸਲਾਮੀ ਲੋਕ ਜਿਨ੍ਹਾਂ ਦੇ ਮਨ 'ਚ ਕਦੇ ਸ਼ਰਧਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਕੌਤਕਾਂ ਨੂੰ ਸੁਣ ਕੇ, ਉਹਨਾਂ ਨੂੰ ਦਰਸ਼ਨ ਵੀ ਦੇਣੇ ਸਨ ਮਹਾਰਾਜ ਨੇ। ਇਸ ਕਰਕੇ ਚੋਜ ਮਹਾਰਾਜ ਕੋਈ ਬਣਾਉਣ, ਕਿਸ ਰੂਪ 'ਚ ਆਉਣੇ ਮਹਾਰਾਜ ਦੀ ਸੁਰਤ ਜਾਣਦੀ ਹੈ। ਜਦੋਂ ਉਹਨਾਂ ਨੇ ਸਜਦਾ ਕਰਕੇ ਉਹਨਾਂ ਨੂੰ ਚਲੇ ਗਏ, ਇੱਥੇ ਜਿਹੜਾ ਦੇਸਾ ਮਸੰਦ ਵੀ ਰਹਿੰਦਾ ਸੀ, ਇੱਥੋਂ ਮਹਾਰਾਜ ਬਾਅਦ ਦੇ ਵਿੱਚ ਗਨੀ ਨਬੀ ਖਾਨ ਨੂੰ ਮਹਾਰਾਜ ਕਹਿਣ ਲੱਗੇ ਕਿ ਇੱਥੋਂ ਅੱਗੇ ਚੱਲਦੇ ਹਾਂ। ਇੱਥੋਂ ਮਹਾਰਾਜ ਚੱਲ ਕੇ ਵਿੱਚੋਂ ਹੁੰਦਿਆਂ ਹੋਇਆਂ ਮਲਕਪੁਰ ਦੀ ਹੋ ਗਏ ਮਹਾਰਾਜ। ਉੱਥੋਂ ਚੱਲ ਕੇ ਮਹਾਰਾਜ ਅੱਗੇ ਜਿਹੜਾ ਹਨ ਕੁਲਾਲ ਪਹੁੰਚਦੇ ਹਨ। ਕੁਲਾਲ ਪਹੁੰਚੇ ਮਹਾਰਾਜ, ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਸਾਡਾ ਇੱਕ ਸਿੱਖ ਹੈ ਭਾਈ ਝੰਡਾ। ਮਹਾਰਾਜ ਨੇ ਬਾਹਰ ਪਲੰਗ ਉਤਰਵਾਇਆ ਤੇ ਉਹਨੂੰ ਬੁਲਾ ਕੇ ਲਿਆਏ ਮਹਾਰਾਜ ਕੁਲਾਲ ਪਿੰਡ ਦੇ ਵਿੱਚ। ਉਹ ਜਦੋਂ ਉੱਥੇ ਗਿਆ ਜਾ ਕੇ ਉਹਨੂੰ ਆਵਾਜ਼ ਮਾਰੀ ਤੇ ਇਹ ਭਾਈ ਝੰਡਾ ਕਦੇ ਕਦੇ ਅਨੰਦਪੁਰ ਸਾਹਿਬ ਜਦੋਂ ਮਹਾਰਾਜ ਵਿਸ਼ੇਸ਼ ਤੌਰ 'ਤੇ ਸ਼ਸਤਰ ਕਢਵਾਇਆ ਕਰਦੇ ਸਨ, ਉੱਥੇ ਹਾਜ਼ਰ ਹੋਇਆ ਕਰਦਾ ਸੀ। ਜਿਹੜੇ ਸ਼ਸਤਰ ਘੜਨ ਵਾਲੇ ਕਾਰੀਗਰ ਸਨ ਉਹਨਾਂ ਦੇ ਵਿੱਚ ਜਦੋਂ ਆਇਆ ਭਾਈ ਝੰਡਾ, ਉਹਨੇ ਦੇਖਿਆ 10ਵੇਂ ਪਾਤਸ਼ਾਹ ਦੀ ਅਜ਼ਮਤ ਕਿ ਕਲਗੀਧਰ ਦੇ ਮੋਢੇ 'ਤੇ ਤੀਰਾਂ ਦਾ ਤਰਕਸ਼ ਪਿਆ ਹੁੰਦਾ ਸੀ, ਕਠੋਰ ਕਮਾਰ ਮਹਾਰਾਜ ਦੇ ਕੋਲ ਹੁੰਦਾ ਸੀ ਤੇ ਗੁਰੂ ਮਹਾਰਾਜ ਦੇ ਗਾਤਰੇ ਦੇ ਵਿੱਚ ਫੌਲਾਦ ਦੀ ਇੱਕ ਸ਼ਮਸ਼ੀਰ ਪਈ ਹੁੰਦੀ ਸੀ, ਕਮਰ ਕੱਸੇ ਦੇ ਸ਼ਸਤਰ ਵੱਖਰੇ ਦਿਖਦੇ ਸਨ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਵੇਂ ਹਨ? ਉਹਦੇ ਮਨ ਅੰਦਰ ਇੱਕ ਦੁਬਿਧਾ ਦੀ ਆ ਗਈ। ਮਹਾਰਾਜ ਨੇ ਜਦੋਂ ਆ ਕੇ ਉਹਨੇ ਨਮਸਕਾਰ ਕੀਤੀ, ਉਹਨੇ
सूरत तो तां जान गया कि गुरु गोबिंद सिंह आ, पर ਉਹਦੇ ਲਈ गुरु गोबिंद सिंह ਉਹ नहीं है ਜਿਹੜਾ ਉਹਨੇ ਦੇਖੇ ਨੇ आनंदपुर साहब। ਉਹਨੇ महाराज ਨੂੰ एक पैसा रख के नमस्कार की। महाराज कहन लगे भाई झंडे तेरे मन च दुविधा आ गई किस गल दी? कहन लगा महाराज सूरबीरां ने कदे फकीरां वाला लिबास नहीं पाया, आप जी इस लिबास चो मैनू बड़ी अचरजता हुई है। महाराज कहन लगे की ये लिबास तेनू चंगा नहीं लगा? कहन लगा नहीं महाराज चंगा नहीं, मेरा तो मन मोया गया, पर मैं जानदा ये सब क्यों होया। नाल दे सिंघां ने गाथा दसी कि महाराज चमकौर गढ़ी चो इंज निकले आने, सारा चल रहा। हुण जदों महाराज जी नूं किन्ना चिर महाराज जी दे कोल बैठा रहा, दर्शन करदा रहा, मन च कई तरह दी उणतियां बुणतियां बुणदा रहा। ते इन्ने महाराज ने फिर महाराज कहन लगे कि तू कारीगर है ते कारीगर कारीगरां वाली भेंट चढ़ाउंदा है, तेरे कोलों की भेंट है? कहन लगा महाराज मैं तुहानूं ना शस्त्रधारी रूप च देखिया हमेशा, अज तुहाडे कोलों शस्त्र हन पर दूजियां दे कोलों तुहाडे अपने मोढे ते नहीं हन। मैं महाराज शस्त्रां दी भेटा देनी चाहांगा, आप जी प्रवान करोगे कि नहीं? क्योंकि आप तो उच्च दे पीर दे रूप च निकले हो। गुरु साहब कहन लगे कि पीर दे कोलों ज्ञान दी तलवार भी हुंदी है ते पीर कोलों खड़ग भी हुंदी है। इन्हूं महाराज ने आग्या की। महाराज कहन लगे कि बाकी शस्त्रां दी तेरी मर्जी, पर तलवारां साडे लई दो लैके आई। तलवारां इत्थे महाराज ने क्यों मंगाईयां? ये ऐ थोड़ा कि महाराज मन चाहे भी दो मंगा लो चार मंगा लो, इहदा की है? महाराज कहन लगे भाई चंडे दो तलवारां लैके आई। कहन लगे महाराज ठीक है, आग्या लैके चला गया, कर गया। कुछ शस्त्र तैयार सन। कहन लगे इन्हें 22 तीर, एक कमान ते 2 तलवारां लैके महाराज कोलों अद्धे पौने घंटे में फिर हाजिर हो गया। महाराज के अगे ने 22 तीर रखे। महाराज जी ने कह के छोटा जिहा तरकश विच पा ले। महाराज ने कह के भाई मान सिंह दा तरकश सी। महाराज ने कमान नूं परख के लै लिया ते महाराज जी ने बाद दे विच दोवें तलवारां लैके चंगी तरह परखियां। एक अपने पलंग ते रखवाली ते एक उन्होंने भाई दया सिंह नूं धारण करवा दी। 2 तलवारां इत्थे लैण दी रमज की है? गुरु सुरत जिहड़ी है वो सदा इक्को विचरदी है। कदे जुल्म दी वंगार लाहौर तो पैदा हुई तो 5वें पातशाह की शहादत हुई तो फिर उस जबर नूं थम्मण दे लई ਉਹ ਮੀਰੀ ਨੂੰ ਪਸਤ ਕਰਨ ਦੇ ਲਈ 6ਵੇਂ ਪਾਤਸ਼ਾਹ ਜੀ ਨੇ ਪੀਰੀ ਦੇ ਸਹਿਤ ਮੀਰੀ ਦੀ ਤਲਵਾਰ ਧਾਰਨ ਕੀਤੀ ਸੀ। ਕਿ ਗੁਰੂ ਨਾਲ ਨਾਲ ਪੀਰ ਵੀ ਹੈ, ਨਾਲ ਨਾਲ ਮੀਰ ਵੀ ਹੈ। ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ 2 ਤਲਵਾਰਾਂ ਮੰਗਾਉਣ ਦੀ ਰਮਜ ਇਹ ਹੈ ਕਿ ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪੀਰੀ ਲਿਬਾਸ ਧਾਰਨ ਕਰ ਲਿਆ, ਹੁਣ ਪੀਰ ਲੱਗ ਰਹੇ ਹਨ, ਪਰ ਗੁਰੂ ਨੇ ਅਜੇ ਵੀ ਮੀਰੀ ਆਪਣੇ ਨਾਲ ਰੱਖੀ ਹੈ। ਮਤਲਬ जे दुनियावी बादशाहां ने अत्याचार की लल पकड़ लई है, उन्होंने जिद पकड़ लई है, तो गुरु फकीर हुंदियां होइयां भी अपनी मीरी का जलौ इवें रखेगा। मतलब ये शमशीर अगे जाके फिर जंगा युद्धां च प्रवृत्त हो जाएगी। इसका मतलब ये नहीं कि गुरु गोबिंद सिंह साहब महाराज जी ने जो फकीरी लिबास पहन लिया तो हुण महाराज किते सन्यासी हो जाणगे, त्यागी हो जाणगे, भांजवादी हो जाणगे, नहीं। इस करके महाराज 2 तलवारां मंगाइयां। फिर महाराज ने बड़ियां बख्शिशां भरे वाग कहे। कलाल तो चल के महाराज लल कला पहुँचे। लल कला तो हो के महाराज इत्थे कुछ समा महाराज जी कहते विश्राम किया। तो इत्थे महाराज जी ने जिक्र मिलता कि देग भी तैयार करवाई। देग तैयार करवा के महाराज ने नाल बन लई। इसे दौरान जिहड़ा अजनेर पिंड दे विच एक होर भी घटना वापरी। जदों इत्थों गुजर लगे तो एक फौजदार होर आ गया तो उन्हें आके कहा गुरु गोबिंद सिंह साहब महाराज की एक तो पिछे परख हुई सी ना कृपान भेट वाली, एक इत्थे परख हुई। उन्हें कहा कि ये कौन हैं? तो कादी पीर मुहम्मद सलोह वाला जिहड़ा गुरु गोबिंद सिंह साहब महाराज जी नूं फारसी पढ़ाउंदा रहा। उन्हें गवाही दी कि महाराज जिहड़े हैं सच्चे उच दे पीर हैं। इस पुछ पड़ताल तो अगे लांघे। कुलाल तो होके लल कला हुंदियां होए लल कला देग तैयार करवाई। महाराज कटाणे पहुँचे। इत्थे महाराज जी नहर के कंढे बने हुए एक रुख के हेठां विराम किया महाराज जी ने। इत्थे फिर काफ़ी संगतां आके जुड़ गईयां पातशाह जी नूं, क्योंकि लोग जाणगे हौली हौली कि भावें उच्च दे पीर रूप विच हन, पर महाराज जिहड़े ने गुरु गोबिंद सिंह साहब ही हन।
ਜਿਨ੍ਹਾਂ ਦੇ ਮਨ ਚਮਕੌਰ ਦੀ ਗੜੀ ਦੀਆਂ ਇਹ ਗੱਲਾਂ ਸੁਣ ਕੇ ਬੈਠ ਗਏ ਸਨ ਕਿ ਚਮਕੌਰ ਗੜੀ ਵਿੱਚ ਬੜਾ ਭਾਰੀ ਯੁੱਧ ਹੋਇਆ, ਬੜੇ ਸੂਰਬੀਰ ਮਾਰੇ ਗਏ ਹਨ। ਤੇ ਜਿਹੜੇ ਮੁਗਲਾਂ ਨੇ ਇਹ ਗੱਲਾਂ ਵੀ ਫੈਲਾ ਦਿੱਤੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਵੀ ਸ਼ਹੀਦ ਹੋ ਗਏ ਸਨ। ਜਦੋਂ ਜਿਹੜੇ ਸ਼ਰਧਾਵਾਨ ਲੋਕਾਂ ਨੇ ਇਹ ਗੱਲਾਂ ਸੁਣੀਆਂ ਕਿ ਇਹਨਾਂ ਦੇ ਮਨ ਬੈਠ ਗਏ ਲੋਕਾਂ ਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਫਿਰ ਸ਼ਹੀਦ ਹੋ ਗਏ, ਅਸੀਂ ਦਰਸ਼ਨ ਕਿਵੇਂ ਕਰਾਂਗੇ। ਪਰ ਹੁਣ ਜਦੋਂ ਆਪਣੇ ਨਗਰ ਵਿੱਚ ਆਇਆ ਸੁਣਦੇ ਨੇ ਉਹ ਸ਼ਰਧਾਵਾਨ ਲੋਕ, ਭੇਟਾਵਾਂ ਲੈ ਕੇ ਪਹੁੰਚਦੇ ਨੇ। ਇੱਥੇ ਮਹਾਰਾਜ ਨੇ ਦੇਗ ਵਰਤਾਈ। ਜੇ ਆਪਾਂ ਇਤਿਹਾਸਕ ਤੌਰ 'ਤੇ ਇਸ ਗੱਲ ਦਾ ਦਿਨ ਵਾਰ ਮੁਲਾਂਕਣ ਕਰੀਏ ਨਾ, ਤਾਂ ਇਹ ਉਹ ਪਰੰਪਰਾ ਬਣਦੀ ਜਿਹੜੀ ਮਹਾਰਾਜ ਜੀ ਨੇ। ਇੱਥੋਂ ਮਹਾਰਾਜ ਚੱਲਦੇ ਹੋਏ ਕਟਾਣੇ ਤੋਂ ਅੱਗੇ ਮਹਾਰਾਜ ਚੱਲਦੇ ਗੁਰੂ ਸਾਹਿਬ ਜੀ ਫਿਰ ਰਾਮਪੁਰ ਪਹੁੰਚੇ। ਇੱਥੋਂ ਗੁਰੂ ਸਾਹਿਬ ਜੀ ਰਾਮਪੁਰ ਪਹੁੰਚ ਕੇ ਮਹਾਰਾਜ ਜੀ ਨੇ ਅੱਗੇ ਸਾਰਾ ਵਿਸ਼ਰਾਮ ਕੀਤਾ। ਤਾਂ ਗੁਰੂ ਸਾਹਿਬ ਜਦੋਂ ਚੱਲ ਕੇ ਇੱਥੇ ਪਹੁੰਚੇ ਨਾ, ਤੇ ਗੁਰੂ ਸਾਹਿਬ ਜੀ ਨੇ ਇੱਥੇ ਕੁਝ ਸਮਾਂ ਵਿਸ਼ਰਾਮ ਕੀਤਾ। ਇੱਥੇ ਫਿਰ ਇੱਕ ਪੁੱਛ ਪੜਤਾਲ ਵਾਲਾ ਜਥਾ ਆ ਗਿਆ ਗੁਰੂ ਸਾਹਿਬ ਜੀ ਕੋਲ। ਜਿਹੜੇ ਪੁੱਛ ਪੜਤਾਲ ਕਰਦਿਆਂ ਕਹਿਣ ਲੱਗੇ, ਕਿਉਂਕਿ ਬਾਰ-ਬਾਰ ਸ਼ੱਕ ਸੀ ਕਿ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਵੇਂ ਨਾ ਕਿਵੇਂ ਜਿਉਂਦੇ ਉਹਨਾਂ ਦੀ ਪਕੜ ਦੇ ਵਿੱਚ ਆਉਣੇ ਚਾਹੀਦੇ ਹਨ। ਇੱਥੇ ਗੁਰੂ ਸਾਹਿਬ ਜੀ ਕੁਝ ਸਮਾਂ ਰੁਕੇ। ਮਹਾਰਾਜ ਨੇ ਇੱਕ ਰੇਰੂ ਦੇ ਰੁੱਖ ਦੇ ਹੇਠਾਂ ਮਹਾਰਾਜ ਜੀ ਨੇ ਵਿਰਾਮ ਕੀਤਾ। ਅਜੇ ਵਿਰਾਮ ਕੀਤਾ, ਮਹਾਰਾਜ ਇੱਥੇ ਅਜੇ ਠਹਿਰ ਹੀ ਰਹੇ ਸਨ। ਤੇ ਇੰਨੇ ਚਿਰ ਨੂੰ ਇਸ ਜਿਹੜਾ ਨਗਰ ਦਾ ਇੱਕ ਚੌਧਰੀ ਸੀ ਜਿਹਦਾ ਨਾਂ ਜਗਤ ਮਿਲਦਾ ਹੈ, ਜਗਤੀਆ ਜੱਟ ਕਹਿੰਦੇ ਸਨ, ਉਹਨੇ ਜਦੋਂ ਸੋਚਿਆ ਕਿ ਗੁਰੂ ਸਾਹਿਬ ਇੱਧਰ ਆਏ ਹੋਏ ਹਨ, ਉਹਨੇ ਸੋਚਿਆ ਕਿ ਮੈਂ ਪਾਇਲ ਚੌਂਕੀ ਸ਼ਿਕਾਇਤ ਕਰਾਵਾਂ ਭੱਜ ਕੇ ਗੁਰੂ ਸਾਹਿਬ ਜੀ ਦੀ। ਗੁਰੂ ਸਾਹਿਬ ਜੀ ਨੂੰ ਲਾਲ ਸਿੱਖਾਂ ਨੇ ਨਾਲ ਦਿਆਂ ਕਿਹਾ, ਮਹਾਰਾਜ ਜਿਸ ਨਗਰ ਵਿੱਚ ਅਸੀਂ ਠਹਿਰੇ ਹਾਂ, ਇੱਥੋਂ ਦਾ ਚੌਧਰੀ ਤੁਹਾਡੀ ਸ਼ਿਕਾਇਤ ਕਰਨ ਗਿਆ। ਮਹਾਰਾਜ ਨੇ ਕਿਹਾ ਜਾ ਨਹੀਂ ਸਕੇਗਾ। ਚਲਾ ਤਾਂ ਗਿਆ ਪਰ ਉੱਥੋਂ ਤੱਕ ਜਾ ਨਹੀਂ ਸਕੇਗਾ। ਰਸਤੇ ਵਿੱਚ ਟਿੱਬਿਆਂ ਦੇ ਵਿੱਚੋਂ ਲੰਘ ਰਿਹਾ ਸੀ, ਘੋੜੀ ਤੋਂ ਬੁੜ ਕੇ ਡਿੱਗ ਪਿਆ ਤੇ ਰਕਾਬ ਦੇ ਵਿੱਚ ਪੈਰ ਫਸ ਗਿਆ। ਘੋੜੀ ਭੱਜਦੀ ਗਈ, ਭੱਜਦੇ ਨੂੰ ਘੋੜੀ ਨੇ ਇੰਝ ਧੂ ਕੇ ਮਾਰ ਦਿੱਤਾ, ਪਹੁੰਚ ਨਹੀਂ ਸਕਿਆ ਸ਼ਿਕਾਇਤ ਕਰਨ ਦੇ ਲਈ। ਮਗਰ ਇਹਦੀ ਇੱਕ ਵਿਧਵਾ ਭਰਜਾਈ ਸੀ, ਉਹ ਆਪਣੇ ਪੁੱਤਰ ਭਾਰਾ ਮੱਲ ਨੂੰ ਨਾਲ ਲੈ ਕੇ ਆਈ। ਉਹਨੂੰ ਇਹ ਦੁਖੀ ਕਰਦਾ ਸੀ। ਜਗਤੀਆ ਜੱਟ ਨੰਬਰਦਾਰ ਸੀ ਪਿੰਡ ਦਾ। ਆ ਕੇ ਉਹਨੇ ਮਹਾਰਾਜ ਕਿਹਾ ਕਿ ਮਹਾਰਾਜ ਅਸੀਂ ਇਹਦੇ ਹੱਥੋਂ ਬੜੇ ਦੁਖੀ ਸਾਂ। ਉਹਨੇ ਮਹਾਰਾਜ ਨੂੰ ਇੱਥੇ ਦੁੱਧ ਛਕਾਇਆ ਤੇ ਕਿਹਾ, ਮਹਾਰਾਜ ਮੇਰਾ ਪੁੱਤਰ ਹੈ ਇੱਕ ਭਾਰਾ ਮੱਲ, ਇਹਨੂੰ ਬਖਸ਼ਿਸ਼ ਕਰੋ। ਮਹਾਰਾਜ ਨੇ ਕਿਹਾ ਕਿ ਤੁਹਾਡੀ ਸੰਤਾਨ ਬੜੀ ਵਧੇਗੀ, ਤੁਹਾਡੇ ਕੋਲ ਇੰਨਾ ਰਾਜ ਭਾਗ ਹੋਵੇਗਾ ਕਿ ਸਾਰੇ ਨਗਰ ਦੇ ਮਾਲਕ ਤੂੰ ਹੀ ਹੋਵੋਗੇ। ਇੱਥੋਂ ਮਹਾਰਾਜ ਬਖਸ਼ਿਸ਼ਾਂ ਕਰਦਿਆਂ ਹੋਇਆਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਨਿਰਾਲੀ ਸ਼ਾਨ ਹੈ ਕਿ ਜੰਗਾਂ ਯੁੱਧਾਂ ਤੋਂ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹੋ ਜਿਹੀ ਸੁਰਤ ਵਾਲੇ ਨਿਕਲੇ ਹੋਣ, ਤੇ ਮਹਾਰਾਜ ਦੇ ਕੋਲ ਜਿਹੜਾ ਹੈ ਥੋੜਾ ਜਿਹਾ ਝੋਰਾ ਹੋਵੇ, ਦੁੱਖ ਹੋਣ, ਹੌਕੇ ਹੋਣ, ਪਰ ਗੁਰੂ ਸਾਹਿਬ ਦਾ ਆਪਣੇ ਪੀਰ ਆਪਣੇ ਮਰੀਦਾਂ ਨੂੰ ਬਖਸ਼ਿਸ਼ ਕਰਦੇ ਜਾ ਰਹੇ ਹਨ, ਥਾਂ ਤੇ ਨਵਾਜਦੇ ਜਾ ਰਹੇ ਨੇ, ਕਿਰਪਾ ਪਰਿਵਾਰ ਕਹਿੰਦੇ ਜਾ ਰਹੇ ਹਨ। ਇੱਥੋਂ ਮਹਾਰਾਜ ਚੱਲਦੇ ਹੋਏ ਗੁਰੂ ਸਾਹਿਬ ਜੀ ਅੱਗੇ ਲੰਘਦਿਆਂ ਮਹਾਰਾਜ ਕੁੱਬੇ ਤੋਂ ਟਿੱਬੇ ਹੋ ਕੇ ਮਹਾਰਾਜ ਫਿਰ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਚੱਲਦੇ ਹੋਏ ਕਨੇਚ ਪਿੰਡ ਪਹੁੰਚ ਜਾਂਦੇ ਹਨ। ਜਦੋਂ ਕਨੇਚ ਪਿੰਡ ਮਹਾਰਾਜ ਪਹੁੰਚੇ, ਇੱਥੇ ਮਹਾਰਾਜ ਨੇ ਕਿਹਾ ਕਿ ਇੱਕ ਨੰਬਰਦਾਰ ਚੌਧਰੀ ਫੱਤਾ ਸਾਨੂੰ ਜਾਣਦਾ ਹੈ। ਉਹਦੇ ਘਰ ਜਾ ਕੇ ਮਹਾਰਾਜ ਨੇ ਉਤਾਰਾ ਕੀਤਾ। ਇਹਨੇ ਗੁਰੂ ਸਾਹਿਬ ਜੀ ਨੂੰ ਜਾਣ ਕੇ ਬੜਾ ਸਵਾਗਤ ਕੀਤਾ ਕਿ ਮਹਾਰਾਜ ਚੰਗੀ ਗੱਲ ਆਪ ਜੀ ਆਏ, ਬੜੀ ਸਵਾਗਤ ਕੀਤੀ। ਜਦੋਂ ਥੋੜੇ ਸਮੇਂ ਬਾਅਦ ਇਹਨੂੰ ਨਾਲਦਿਆਂ ਕੋ ਪਤਾ ਲੱਗਾ ਕਿ ਮਗਰ ਤਾਂ ਬੜੇ ਗਸ਼ਤੀ ਜਥੇ ਲੱਗੇ ਹੋਏ ਹਨ, ਗਸ਼ਤ ਕਰਦੇ ਫਿਰਦੇ ਹਨ, ਭਾਲਦੇ ਫਿਰਦੇ ਹਨ, ਤੇ ਗੁਰੂ ਸਾਹਿਬ ਦਾ ਯੁੱਧ ਵੀ ਹੋਇਆ ਸਾਰਾ ਕੁਝ। ਇਹਦਾ ਮਨ ਠਠੰਬਰ ਗਿਆ। ਮਹਾਰਾਜ ਇੱਥੇ ਹੀ ਉੱਚਦੇ ਪੀਰ ਦਾ ਲਿਬਾਸ ਛੱਡ ਕੇ ਅੱਗੇ ਦੁਬਾਰਾ ਦੂਜੇ ਰੂਪ ਵਿੱਚ ਜਾਣਾ ਚਾਹੁੰਦੇ ਸਨ। ਫਿਰ ਇਹਦਾ ਮਨ ਡੋਲ ਗਿਆ ਬਾਅਦ ਦੇ ਵਿੱਚ। ਇਹ ਮਹਾਰਾਜ ਨੂੰ ਆ ਕੇ ਭੇਟਾ ਰੱਖ ਕੇ ਬੇਨਤੀ ਕਰਨ ਲੱਗਾ ਕਿ ਮਹਾਰਾਜ ਇੱਥੋਂ ਚਲੇ ਜਾਓ। ਮਹਾਰਾਜ ਕਹਿਣ ਲੱਗੇ ਚਲੇ ਹੀ ਜਾਣਾ, ਕੋਈ ਗੱਲ ਨਹੀਂ। ਫਤਿਹ ਇੰਨੀ ਗੱਲ ਹੈ ਕਿ ਅਸੀਂ ਅੱਗੇ ਸਾਰਾ ਸਫ਼ਰ ਜਿਹੜਾ ਘੋੜਸਵਾਰੀ ਤੇ ਕਰਨਾ, ਤੇ ਜਾ ਕੋਈ ਚੰਗੀ ਨਸਲ ਦੀ ਘੋੜੀ ਤੇਰੇ ਕੋਲ ਹੈ, ਲਿਆ ਦੇ। ਕਹਿਣ ਲੱਗਾ ਕਿ ਆਨਾਕਾਨੀ ਕਰਨ ਲੱਗਾ ਕਿ ਮਹਾਰਾਜ ਮੇਰੇ ਕੋਲ ਤਾਂ ਨਹੀਂ ਹੈਗੀ। ਕਹਿਣ ਲੱਗਾ ਮਹਾਰਾਜ ਕਹਿੰਦੇ ਤੇਰੇ ਕੋਲ ਤਾਂ ਘੋੜੀਆਂ ਹੁੰਦੀਆਂ। ਕਹਿਣ ਲੱਗਾ ਜੀ ਮੇਰਾ ਜਵਾਈ ਲੈ ਕੇ ਗਿਆ। ਝੂਠ ਝਾਟ ਮਾਰੇ, ਆਖਰ ਅਣਮੰਨੇ ਮਨ ਦੇ ਨਾਲ ਇੱਕ ਛੋਟੀ ਜਿਹੀ ਵਿਸ਼ੇਰੀ ਤੇ ਖੇਸੀ ਪਾ ਕੇ ਮਹਾਰਾਜ ਕੋਲੋਂ ਲੈ ਆਇਆ, ਮਹਾਰਾਜ ਦੇ ਸਾਹਮਣੇ ਖੜੀ ਕੀਤੀ। ਮਹਾਰਾਜ ਕਹਿਣ ਲੱਗੇ ਕਿ ਆ ਜਿਹੜੀ ਤੂੰ ਲੈ ਆਇਆ ਛੋਟੀ ਜਿਹੀ ਵਿਸ਼ੇਰੀ, ਤੈਨੂੰ ਲੱਗਦਾ ਇਹ ਲੰਬਾ ਸਫ਼ਰ ਕਰ ਦੇਗੀ? ਤੈਨੂੰ ਲੱਗਦਾ ਕਿ ਸਾਡੀ ਸਵਾਰੀ ਦੇ ਯੋਗ ਹੈ? ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਘੋੜੇ
ਹਵਾ ਤੋਂ ਤੇਜ਼ ਚੱਲਦੇ ਹੋਣ, ਜਿਨ੍ਹਾਂ ਦੀ 2.5 ਲੱਖ ਰੁਪਈਆ ਕੀਮਤ ਹੁੰਦੀ ਸੀ, ਜਿਨ੍ਹਾਂ ਨੂੰ ਦੇਖ ਕੇ ਨੀਲੇ ਦਾ ਸ਼ਾਹ ਸਵਾਰ ਜਿਹਨੂੰ ਕਹਿੰਦੇ ਹਨ, ਇਹ ਵੀ ਇੱਕ ਸਮਾਂ ਹੁੰਦਾ। ਗੁਰੂ ਧਰਤੀ ਦੇ ਸਾਰੀਆਂ ਕਲਾਵਾਂ ਬਰਾਬਰ ਹੀ ਵਰਤਾ ਕੇ ਦਿਖਾ ਦਿੰਦਾ ਕਿ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸ਼ਾਹੀ ਅਸਤਬਲ ਦੇ ਵਿੱਚ 10 ਘੋੜੇ ਮਹਾਰਾਜ ਦੇ ਲਈ ਵੱਜੇ ਹੁੰਦੇ ਸਨ। ਇੱਕ ਨੀਲੀ ਪਾ ਮਾਰਦਾ, ਇੱਕ ਕਾਲੀ ਪਾ ਮਾਰਦਾ, ਇੱਕ ਸੁਰਖ ਪਾ ਮਾਰਦਾ, ਇੱਕ ਚਿੱਟੇ ਰੰਗ ਦਾ। ਇਸ ਤਰ੍ਹਾਂ ਮਹਾਰਾਜ ਜੀ ਦੇ ਅਸਤਬਲ ਦੇ ਵਿੱਚ ਉਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਧਰਮ ਯੁੱਧ ਲੜਦੇ ਇਸ ਨੌਬਤ ਤੱਕ ਪਹੁੰਚੇ ਕਿ ਉਹਨਾਂ ਨੂੰ ਪੀਰਾਨੇ ਪੀਰ ਕਹਿਣ ਵਾਲੇ ਇੱਕ ਉਹਨਾਂ ਨੂੰ ਘੋੜੀ ਵੀ ਨਾ ਦੇ ਸਕੇ, ਆਪਣੇ ਲੋਭ ਦੇ ਵਿੱਚ ਮਾਰੇ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਫਤਿਆ ਕਿਹੜੀਆਂ ਗੱਲਾਂ ਕਰਦਾ, ਤੈਨੂੰ ਅਨੰਦਪੁਰ ਸਾਹਿਬ ਦੀ ਜੇ ਸ਼ਾਨ ਯਾਦ ਹੋਵੇ ਤਾਂ ਉਹਦੇ ਹਿਸਾਬ ਨਾਲ ਕਰ। ਕਹਿਣ ਲੱਗਾ, ਨਹੀਂ ਮਹਾਰਾਜ ਮੇਰੇ ਕੋਲ ਹੈ ਨਹੀਂ। ਫਿਰ ਮਹਾਰਾਜ ਨੇ ਇੱਥੇ ਬਚਨ ਕਹੇ ਕਿ ਜੇ ਫਤਿਆ ਤੂੰ ਸੱਚ ਬੋਲਦਾ ਨਾ ਤਾਂ ਤੇਰਾ ਨਾਂ ਇਤਿਹਾਸ 'ਚ ਅਮਰ ਹੋਣਾ ਸੀ, ਪਰ ਤੂੰ ਜਿਹੜਾ ਇਹ ਉਲਟ ਕਰਮ ਕੀਤਾ ਹੈ, ਤੂੰ ਗੁਰੂ ਨੂੰ ਵੀ ਝੂਠ ਮਾਰਿਆ। ਘੋੜੀ ਦੇਣੀ ਨਾ ਦੇਣੀ ਇੱਕ ਵੱਖਰੀ ਗੱਲ ਹੈ, ਪਰ ਗੁਰੂ ਸਾਹਿਬ ਕਹਿਣ ਲੱਗੇ ਅਸੀਂ ਅੰਤਰਜਾਮਤਾ ਨਾਲ ਦੱਸਦੇ ਹਾਂ, ਘੋੜੀ ਤੇਰੇ ਘਰ ਦੀ ਜਿਹੜੀ ਪਿਛਲੀ ਹਵੇਲੀ ਉਹਦੇ 'ਚ ਵੱਜੀ ਹੋਈ, ਝੂਠ ਕਿਹੜੀ ਗੱਲੋਂ ਮਾਰਦਾ, ਪਰ ਤੈਨੂੰ ਹੁਣ ਇਹ ਸਾਡਾ ਵਾਕ ਝੂਠ ਮਾਰਨ ਦੀ ਸਜ਼ਾ ਇਹ ਹੈ ਵੀ ਇਹ ਹੁਣ ਜਿਹੜੀ ਘੋੜੀ ਤੂੰ ਲੋਭ ਕਰਕੇ ਨਹੀਂ ਨਾ ਦਿੱਤੀ, ਹੁਣ ਜੀਵਤ ਨਹੀਂ ਰਹੇ। ਇੱਥੇ ਗੁਰੂ ਕੋਈ ਸਰਾਪ ਨਹੀਂ ਦੇ ਰਿਹਾ, ਕੁਝ ਉਸ ਤਰ੍ਹਾਂ ਦੇ ਵਾਕ ਨਹੀਂ। ਗੁਰੂ ਕੇਵਲ ਉਸ ਬੰਦੇ ਨੂੰ ਉਹਦੀ ਮਨਮੁਖਤਾ ਦੀ ਸਜ਼ਾ ਦੇ ਰਿਹਾ ਕਿ ਜਦੋਂ ਅੰਤਰਜਾਮਤਾ ਵਾਲਾ ਗੁਰੂ ਤੁਹਾਡੇ ਸਾਹਮਣੇ ਹਾਜ਼ਰ ਨਾਜ਼ਰ ਜ਼ਾਹਰ ਹੋਵੇ, ਘੱਟੋ ਘੱਟ ਉਹਦੇ ਨਾਲ ਝੂਠ ਤਾਂ ਨਾ ਚਲਾਓ, ਦੁਨੀਆਦਾਰਾਂ ਨਾਲ ਚਲਾਓ, 100 ਵਾਰੀ ਚਲਾਓ। ਕਾਰੋਬਾਰ ਧੰਦਿਆਂ 'ਚ ਸਾਰਾ ਦਿਨ ਫੋਨਾਂ 'ਤੇ ਝੂਠ ਹੀ ਮਾਰਦੇ ਹਾਂ ਇੱਕ ਦੂਜੇ ਨੂੰ ਅਸੀਂ, ਪਰ ਜਦੋਂ ਜ਼ਾਹਰ ਜ਼ਹੂਰ ਮਹਾਰਾਜ ਤੁਹਾਡੇ ਅੱਗੇ ਬੈਠੇ ਹੋਣ ਫਿਰ ਤਾਂ ਝੂਠ ਨਾ ਮਾਰੋ। ਕਨੇਚ ਪਿੰਡ ਦੇ ਵਿੱਚ ਇਹ ਗੱਲ ਵਾਪਰੀ। ਬਾਅਦ ਦੇ ਵਿੱਚ ਇੱਥੇ ਇੱਕ ਹੋਰ ਵੀ ਜ਼ਿਕਰ ਵਾਪਰੀ, ਜਦੋਂ ਮਹਾਰਾਜ ਬੈਠੇ ਬੜੀਆਂ ਮਾਈਆਂ ਆ ਕੇ ਜੁੜ ਗਈਆਂ। ਜਦੋਂ ਇਹ ਫਤਿਹ ਵਾਲੀ ਗੱਲ ਹੋਈ ਤੇ ਲਾਗੇ ਇੱਕ ਮੀਰਜ਼ਾਦਾ ਖਲੋਤਾ ਸੀ, ਉਹਦਾ ਨਾਂ ਖੁਦਾ ਬਖਸ਼ ਕਹਿੰਦੇ ਹਨ, ਤੇ ਉਹ ਕਹਿਣ ਲੱਗਾ ਕਿ ਮਹਾਰਾਜ ਮੇਰੀ ਘੋੜੀ ਹੈ, ਮੈਂ ਲੈ ਕੇ ਆਵਾਂ। ਮਹਾਰਾਜ ਕਹਿਣ ਲੱਗੇ ਤੂੰ ਐਡਾ ਦਿਲ ਵਿਖਾਇਆ, ਤੇਰੇ ਅਸਤਬਲ ਦੇ ਵਿੱਚ ਇੱਕ ਨਹੀਂ ਸੈਂਕੜੇ ਘੋੜੀਆਂ ਵੱਜੀਆਂ ਰਿਹਾ ਕਰਨਗੇ। ਉਹਨੂੰ ਬਖਸ਼ਿਸ਼ ਕੀਤੀ ਮਹਾਰਾਜ। ਇੰਨੇ ਚ ਨੂੰ ਬੜੀਆਂ ਮਾਈਆਂ ਆ ਕੇ ਜੁੜ ਗਈਆਂ, ਆਪੋ ਆਪਣੀਆਂ ਭੇਟਾਵਾਂ ਲੈ ਕੇ ਅਰਪਣ ਕਰਨ ਲੱਗ ਪਈਆਂ। ਇੱਕ ਮਾਈ ਦੇ ਮਨ 'ਚ ਸ਼ਰਧਾ ਆਈ, ਉਹਨੇ ਬੜੇ ਪ੍ਰੇਮ ਦੇ ਨਾਲ ਭੋਜਨ ਦਾ ਥਾਲ ਬਣਾ ਕੇ ਚੰਗੀ ਤਰ੍ਹਾਂ ਮਹਾਰਾਜ ਦੇ ਹਜ਼ੂਰ ਲਿਆਂਦਾ। ਮਹਾਰਾਜ ਜਦੋਂ ਅਰਦਾਸ ਕਰਕੇ ਉਹ ਭੋਜਨ ਛਕਣ ਲੱਗੇ, ਅਜੇ ਮਹਾਰਾਜ ਨੇ ਕੁਝ ਗਰਾਈਆਂ ਮੂੰਹ 'ਚ ਪਾਈਆਂ ਹੀ ਸਨ। 2-4 ਕਹਿ ਲਓ ਬੁਰਕੀਆਂ ਮਹਾਰਾਜ ਨੇ ਮੁੱਖ ਅੰਦਰ ਪਾਈਆਂ। ਲਾਗੋਂ ਇੱਕ ਮਾਈ ਨੇ ਕਹਿ ਦਿੱਤਾ ਕਿ ਨਿਆਣੇ ਤੇ ਇਹਨਾਂ ਦੇ ਨਾਲ ਸਰਹੰਦ ਸ਼ਹੀਦ ਹੋ ਗਏ, ਇਹ ਇੱਥੇ ਰੋਟੀ ਖਾਂਦੇ ਫਿਰਦੇ ਨੇ। ਹੁੰਦਾ ਨਾ ਜਿਹੜੀਆਂ ਕੁਝ ਚਲਾਕ ਕਿਸਮ ਦੀਆਂ ਹੁੰਦੀਆਂ ਨੇ, ਜਿਹੜੀਆਂ ਥੋੜ੍ਹੀਆਂ ਜਿਹੀਆਂ ਅੱਖੜ ਕਿਸਮ ਦੀਆਂ ਹੁੰਦੀਆਂ ਨੇ, ਜਾਂ ਜਿਨ੍ਹਾਂ ਨੂੰ ਥੋੜ੍ਹੀ ਚੌਧ ਪ੍ਰਧਾਨਤਾ ਬਣਨ ਦੀ ਥੋੜ੍ਹੀ ਭੁੱਸ ਜਿਹੀ ਹੁੰਦੀ, ਇਸ ਤਰ੍ਹਾਂ ਦੀ ਇਸਤਰੀਆਂ ਹੁੰਦੀਆਂ ਨੇ। ਮਹਾਰਾਜ ਪ੍ਰਸ਼ਾਦਾ ਛਕ ਰਹੇ ਸਨ, ਅਜੇ 3 ਕਹਿੰਦੇ 4 ਗਰਾਈਆਂ ਮੂੰਹ 'ਚ ਪਾਈਆਂ, ਤੇ ਉਹ ਜਿਹੜੀ ਸ਼ਰਧਾਵਾਨ ਉਹ ਲਾਗੇ ਖਲੋਤੀ ਹੱਥ ਜੋੜ ਕੇ ਹੋਰ ਮਾਈਆਂ, ਉਹ ਜਿਵੇਂ ਮੂੰਹ 'ਚ ਦੱਬਵੀਂ ਆਵਾਜ਼ 'ਚ ਨਹੀਂ ਗੱਲਾਂ ਕਰਦੇ ਹੁੰਦੇ, ਜਿਵੇਂ ਕੁਸਕਵੀਂ ਜੀ ਆਵਾਜ਼ ਦੇ ਵਿੱਚ ਗੱਲਾਂ ਨਹੀਂ ਕਰਦੇ, ਉਹਨੇ ਕੁਸਕਵੀਂ ਜੀ ਆਵਾਜ਼ ਦੇ ਵਿੱਚ ਕਿਹਾ ਸੀ ਵੀ ਨਿਆਣੇ ਤੇ ਇਹਨਾਂ ਦੇ ਸਰਹੰਦ ਸ਼ਹੀਦ ਹੋ ਗਏ, ਇਹ ਉੱਥੇ ਰੋਟੀ ਖਾਂਦੇ ਫਿਰਦੇ ਨੇ। ਕਹਿ ਹੀ ਦਿੰਦੇ ਨੇ ਲੋਕ ਆਦਤ ਤੋਂ ਮਜਬੂਰ। ਮੈਂ ਨਾ ਕੁਝ ਦਿਨ ਪਹਿਲਾਂ, ਚਲੋ ਥੋੜ੍ਹੀ ਵਿਸ਼ੇ ਤੋਂ ਬਾਹਰ ਜਾਵਾਂ, ਭਾਈ ਮਰਦਾਨਾ ਜੀ ਨੇ ਇੱਕ ਵਾਰੀ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਥੋੜ੍ਹਾ ਜਿਹਾ ਗਿਲਾ ਕੀਤਾ ਕਿ ਮਹਾਰਾਜ ਮੈਂ ਜਦੋਂ ਜਾਨਾ ਨਾ ਸੁਲਤਾਨਪੁਰ ਦੀਆਂ ਗਲੀਆਂ 'ਚ, ਲੋਕੀ ਕਹਿੰਦੇ ਕਰਾਈਏ ਦਾ ਡੂਮ ਆ ਗਿਆ। ਆਪਾਂ ਕਈ ਵਾਰੀ ਸੋਚਦੇ ਇਹਨਾਂ ਗੱਲਾਂ ਨੂੰ ਸੁਣ ਕੇ ਵੀ ਸ਼ਾਇਦ ਇਹ ਗੱਲਾਂ ਨਹੀਂ ਹੋਈਆਂ, ਇਹ ਗੱਲਾਂ ਨਹੀਂ ਹੋ ਸਕਦੀਆਂ। ਦੁਨੀਆ ਭਾਈ ਹਰ ਸਮੇਂ 'ਚ ਇੱਕੋ ਜਿਹੀ ਰਹਿੰਦੀ ਹੈ। ਜੇ ਗੁਰੂ ਸਾਹਿਬਾਨਾਂ ਵੇਲੇ ਦੁਨੀਆ ਬੜੀ ਚੱਜਦੀ ਹੁੰਦੀ ਤੇ 5ਵੇਂ ਪਾਤਸ਼ਾਹ ਦੀ ਸ਼ਹਾਦਤ ਨਾ ਹੁੰਦੀ। ਬਿਆਸ ਦੇ ਨੇੜੇ ਇੱਕ ਪਿੰਡ ਹੈ ਵਜ਼ੀਰ ਭੁੱਲਰ, 9ਵੇਂ ਪਾਤਸ਼ਾਹ ਤੋਂ ਵੱਧ ਕੌਣ ਸ਼ਾਂਤ ਹੋ ਸਕਦਾ। ਕਹਿੰਦੇ ਮਹਾਰਾਜ ਉਸ ਪਿੰਡ 'ਚ ਆ ਕੇ ਜੇ ਬੈਠੇ ਸਨ ਤੇ ਉਸ ਪਿੰਡ ਦੇ ਲੋਕਾਂ ਨੂੰ ਇੰਨੀ ਖਿਝ ਚੜੀ ਕਿ ਉਹਨਾਂ ਨੇ ਮਹਾਰਾਜ ਨੂੰ ਰੋੜੇ ਮਾਰੇ ਸਨ। ਇਹ ਇਸ ਤਰ੍ਹਾਂ ਹੀ ਰਹਿੰਦੇ ਸਨ। ਉਹਨੇ ਕੁਸਕਵੀਂ ਆਵਾਜ਼ ਦੇ ਵਿੱਚ ਕਿਹਾ, ਮਹਾਰਾਜ ਨੇ ਥਾਲੀ ਛੱਡ ਦਿੱਤੀ। ਉੱਥੇ ਭੋਜਨ ਨਹੀਂ ਮਹਾਰਾਜ ਨੇ ਕੀਤਾ। ਉਸੇ ਵਕਤ ਮਹਾਰਾਜ ਕਹਿਣ ਲੱਗੇ ਭਾਈ ਮਾਨ ਸਿੰਘ ਨੂੰ ਜਲਦੀ ਹੱਥ ਧਵਾਓ। ਜਰਾ ਮਹਾਰਾਜ ਦੀ ਉਸ ਸੁਰਤ ਦੇ ਵਿੱਚ ਵਿਚਾਰ ਕੇ ਦੇਖੋ ਕਿ ਜਿਹੜਾ ਪਹਿਲਾਂ ਹੀ 2 ਪੁੱਤਰ ਸ਼ਹੀਦ ਕਰਵਾ ਕੇ ਤੁਰਿਆ ਹੋਵੇ, ਮਰਦਾ ਗੰਮੜਾ ਸਤਿਗੁਰੂ,
ਜਿਹੜਾ ਦੁਨੀਆ ਨੂੰ ਆਪਣੇ ਸ਼ਹੀਦ ਪੁੱਤਰਾਂ ਤੋਂ ਬਾਅਦ ਵੀ ਬਖਸ਼ਿਸ਼ਾਂ ਕਰ ਰਿਹਾ ਹੈ, ਆਪਣੇ ਮੁਰੀਦਾਂ ਨੂੰ ਦਰਸ਼ਨ ਦੇ ਰਿਹਾ ਹੈ, ਕਿਰਪਾ ਭਰੇ ਵਾਕ ਕਹਿ ਰਿਹਾ ਹੈ, ਫਕੀਰੀ ਲਿਬਾਸ ਜਿਨ੍ਹਾਂ ਧਾਰਨ ਕੀਤਾ ਹੋਇਆ ਹੈ, ਇਹ ਜਦੋਂ ਆਵਾਜ਼ ਮਹਾਰਾਜ ਸੁਣੀ, ਮਹਾਰਾਜ ਨੇ ਤੁਰੰਤ ਹੀ ਥਾਲ ਛੱਡ ਦਿੱਤਾ। ਅੰਤਰਜਾਮਤਾ ਕਰਕੇ ਵੀ ਮਹਾਰਾਜ ਜਾਣਦੇ ਹਨ, ਉਂਝ ਵੀ ਜਾਣਦੇ ਨੇ ਮਹਾਰਾਜ। ਉੱਤਰੋਂ ਬੀਬੀ ਨੇ ਕਹਿ ਦਿੱਤਾ, ਮਹਾਰਾਜ ਨੇ ਕਹਿੰਦੇ ਭੋਜਨ ਨਹੀਂ ਛਕਿਆ ਇੱਥੇ। ਇਸ ਤੋਂ ਬਾਅਦ ਮਹਾਰਾਜ ਜਲਦੀ ਹੱਥ ਧੋਤੇ ਤੇ ਮਹਾਰਾਜ ਜਦੋਂ ਅੱਗੇ ਨਿਕਲਣ ਲੱਗੇ ਮਹਾਰਾਜ, ਤੇ ਬਾਅਦ ਦੇ ਵਿੱਚ ਪਤਾ ਲੱਗਾ ਕਿ ਇੱਥੇ ਮਹਾਰਾਜ ਜਦੋਂ ਥੋੜਾ ਨਗਰ ਤੋਂ ਬਾਹਰ ਹੋਏ ਤੇ ਇੱਕ ਖੂਹ ਤੋਂ ਮਹਾਰਾਜ ਨੇ ਕਿਹਾ ਜਲ ਪਿਆ ਦਿਓ। ਮਹਾਰਾਜ ਨੇ ਉੱਥੇ ਜਲ ਵੀ ਨਹੀਂ ਪੀਤਾ, ਜ਼ਿਕਰ ਮਿਲ ਬਾਹਰ ਥੋੜਾ ਨਗਰ ਤੋਂ ਨਿਕਲੇ ਇੱਕ ਖੂਹ ਤੇ ਮਹਾਰਾਜ ਕਹਿੰਦੇ ਜਲ ਪਿਆ ਦਿਓ। ਨਾਲ ਦੇ ਕਹਿਣ ਲੱਗੇ ਮਹਾਰਾਜ ਕਿ ਇਹਦਾ ਜਲ ਖਾਰਾ ਹੈ। ਮਹਾਰਾਜ ਕਹਿਣ ਲੱਗੇ ਲਿਆਓ ਤਾਂ ਸਹੀ। ਲਿਆਂਦਾ ਤੇ ਉਹ ਜਿਹੜਾ ਹੈ ਜਲ ਮਿੱਠਾ ਨਿਕਲਿਆ। ਮਹਾਰਾਜ ਨੇ ਕਿਹਾ ਕਿ ਉਂਝ ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਹ ਖੂਹ ਦਾ ਜਲ ਮਿੱਠਾ ਹੋ ਗਿਆ। ਇੱਥੋਂ ਮਹਾਰਾਜ ਹੋ ਕੇ ਫਿਰ ਕਨੇਚ ਪਿੰਡ ਤੋਂ ਗੁਰੂ ਸਾਹਿਬ ਜੀ ਚੱਲਦੇ ਹੋਏ ਚੱਲਦੇ ਮਹਾਰਾਜ ਫਿਰ ਅੱਗੇ ਗੁਰੂ ਸਾਹਿਬ ਜੀ ਸਾਹਨੇਵਾਲ ਦੀ ਤਰਫ ਪਹੁੰਚੇ ਹਨ। ਇੱਥੇ ਮਹਾਰਾਜ ਜੀ ਨੇ ਇਹਨਾਂ ਪਿੰਡ ਦੇ ਪੰਚਾਇਤ ਦਾ ਇਕੱਠ ਸੱਦਿਆ। ਇਸ ਪਿੰਡ ਦੇ ਜਿਹੜੇ ਪੰਚਾਇਤ ਦੇ ਮੁਖੀ ਸਨ ਉਹ ਡਰ ਗਏ ਵੀ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਘੇਰ ਕੇ ਮਰਵਾ ਨਾ ਦੇਣ। ਕਿੰਨਾ ਚਿਰ ਮਹਾਰਾਜ ਇਹਨਾਂ ਦੇ ਨਗਰ ਦੇ ਪੰਚਾਇਤ ਦੇ ਬੰਦਿਆਂ ਦੀ ਉਡੀਕ ਕਰਦੇ ਰਹੇ, ਆਏ ਨੇ। ਮਹਾਰਾਜ ਕੋਈ ਸੁਨੇਹਾ ਲਾਉਣਾ ਚਾਹੁੰਦੇ ਸਨ, ਕੋਈ ਵਿਸ਼ੇਸ਼ ਹੁਕਮ ਦੇਣਾ ਚਾਹੁੰਦੇ ਸਨ, ਆਏ ਨਾ। ਬੜਾ ਚਿਰ ਮਹਾਰਾਜ ਉਡੀਕਦੇ ਰਹੇ, ਆਏ ਨਾ। ਆਖਰ ਮਹਾਰਾਜ ਨੇ ਕਿਹਾ ਕਿ ਇਹ ਜਿਹੜੇ ਹਨ ਇਹ ਕਦੇ ਜ਼ਿੰਦਗੀ 'ਚ ਇਕੱਠੇ ਨਹੀਂ ਹੋਣਗੇ। ਮਹਾਰਾਜ ਅੱਗੇ ਥੋੜ੍ਹਾ ਚੱਲੇ, ਮਗਰੋਂ ਮਾਈਆਂ ਆਈਆਂ ਹੋਈਆਂ। ਉਹਨਾਂ ਨੇ ਆ ਕੇ ਮਹਾਰਾਜ ਨੂੰ ਰੋਕਿਆ ਕਿ ਮਹਾਰਾਜ ਐਸੀ ਨਾ ਕਰੋ। ਫਿਰ ਉੱਥੇ ਗੁਰਦੁਆਰਾ ਘੇਰਾ ਸਾਹਿਬ ਬਣਿਆ ਹੋਇਆ। ਇੱਥੋਂ ਮਹਾਰਾਜ ਚੱਲਦੇ ਹੋਏ ਸਾਹਨੇਵਾਲ ਤੋਂ ਬਾਅਦ ਮਹਾਰਾਜ ਆਨੰਦਪੁਰ ਪਹੁੰਚੇ। ਆਨੰਦਪੁਰ ਤੋਂ ਹੋ ਕੇ ਮਹਾਰਾਜ ਚੱਲਦੇ ਹੋਏ ਫਿਰ ਅੱਗੇ ਗੁਰੂ ਸਾਹਿਬ ਜੀ ਨੇ ਜਿਹੜਾ ਮਾਰਗ ਪਕੜਿਆ ਸਾਰਾ, ਇਹ ਸਾਰਾ ਮਹਾਰਾਜ ਉੱਚ ਦੇ ਪੀਰ ਦੇ ਰੂਪ ਵਿੱਚ ਕਰ ਰਹੇ ਹਨ। ਆਨੰਦਪੁਰ ਤੋਂ ਆਨੰਦਪੁਰ ਨਹੀਂ, ਇਕੱਲਾ ਆਨੰਦਪੁਰ। ਇੱਥੇ ਮਹਾਰਾਜ ਆ ਕੇ ਜ਼ਿਕਰ ਕਰ ਕਹਿੰਦੇ ਇੱਕ ਰੇਰੂ ਦੇ ਰੁੱਖ ਦੇ ਹੇਠਾਂ ਮਹਾਰਾਜ ਬੈਠੇ ਸਨ। ਹਵਾ ਆ ਰਹੀ ਸੀ ਤੇ ਮਹਾਰਾਜ ਦੇ ਕਹਿੰਦੇ ਇੱਥੇ ਬੈਠਿਆਂ ਮਹਾਰਾਜ ਜੀ ਨੇ ਨਾ ਹਵਾ ਦੇ ਨਾਲ ਕੇਸ ਲਹਿਰਾ ਰਹੇ ਸਨ। ਮਹਾਰਾਜ ਥੋੜੇ ਉੱਡ ਰਹੇ ਸਨ। ਮੋਰ ਖੰਭਾ ਦਾ ਮੁਰੀਦ ਨੇੜੇ ਬੈਠੇ ਹੋਏ ਸਨ, ਰੁਕੇ ਹੋਏ ਸਨ। ਤੇ ਇੱਥੇ ਬੈਠਿਆਂ ਮਹਾਰਾਜ ਦੀ ਸੁਰਤ ਲੱਗ ਗਈ, ਮਤਲਬ ਆਪਣੀ ਅੰਤਰ ਅਵਸਥਾ ਦੇ ਵਿੱਚ ਮਹਾਰਾਜ ਧਿਆਨ ਮਗਨ ਹੋ ਗਏ। ਹੁਣ ਜਦੋਂ ਗੁਰੂ ਧਿਆਨ ਮਗਨ ਹੋਵੇ ਤੇ ਸਿੱਖ ਕੁਝ ਕਹਿ ਨਹੀਂ ਸਕਦੇ। ਜਦੋਂ ਕਿੰਨਾ ਚਿਰ ਮਹਾਰਾਜ ਧਿਆਨ ਮਗਨ ਰਹੇ ਤੇ ਭਾਈ ਦਇਆ ਸਿੰਘ ਨੇ ਜਦੋਂ ਉਹਨਾਂ ਦੇਖਿਆ ਵੀ ਅੱਖ ਖੋਲੀ ਮਹਾਰਾਜ ਨੇ, ਕਹਿਣ ਲੱਗੇ ਮਹਾਰਾਜ ਵੀ ਇੱਥੇ ਵਿਰਾਮ ਕਰਨ ਦਾ ਕੋਈ ਖਿਆਲ, ਵਿਸ਼ਰਾਮ ਕਰਨ ਦਾ ਕੋਈ ਖਿਆਲ ਹੈ? ਮਹਾਰਾਜ ਕਹਿਣ ਲੱਗੇ ਕਿ ਖਿਆਲ ਤਾਂ ਐਸਾ ਨਹੀਂ ਹੈ। ਫਿਰ ਕਹਿਣ ਲੱਗੇ ਮਹਾਰਾਜ ਤੁਹਾਡੀ ਸੁਰਤ ਮਗਨ ਹੋ ਗਈ ਇੱਥੇ ਆ ਕੇ। ਕਹਿੰਦੇ ਉੱਥੇ ਮਹਾਰਾਜ ਨੇ ਵਾਕ ਹੈ ਕਿ ਇੱਥੋਂ ਮੈਨੂੰ ਆਨੰਦਪੁਰ ਸਾਹਿਬ ਦੀ ਹਵਾ ਆਉਂਦੀ, ਆਨੰਦਪੁਰ ਸਾਹਿਬ ਦੀ ਹਵਾ ਆਉਂਦੀ ਇੱਥੋਂ ਮੈਨੂੰ। ਉਸ ਥਾਂ ਤੇ ਬਹਿ ਕੇ ਮਹਾਰਾਜ ਨੇ ਕਿਰਪਾ ਭਰੇ ਵਾਕ ਕਹੇ। ਇੱਥੋਂ ਮਹਾਰਾਜ ਅੱਗੇ ਚੱਲਦੇ ਹੋਏ ਜਦੋਂ ਗੁਰੂ ਸਾਹਿਬ ਜੀ ਅੱਗੇ ਚੱਲਦੇ ਹੋਏ ਆਨੰਦਪੁਰ ਤੋਂ ਹੋ ਕੇ ਮਹਾਰਾਜ ਅੱਗੇ ਪਹੁੰਚਦਿਆਂ ਹੋਇਆਂ ਗੁਰੂ ਸਾਹਿਬ ਜੀ ਸਫ਼ਰ ਤੈਅ ਕਰਦੇ ਜਾ ਰਹੇ ਹਨ। ਹੱਥ ਦੇ ਵਿੱਚ ਮਹਾਰਾਜ ਦੀ ਤਸਬੀਹ ਹੈ। ਅੱਗੇ ਚੱਲਦੇ ਗੁਰੂ ਸਾਹਿਬ ਜੀ ਆਪਣਾ ਸਾਰਾ ਸਫ਼ਰ ਮੁਕਾਉਂਦੇ ਜਾ ਰਹੇ ਨੇ। ਚੋਜੀ ਪ੍ਰੀਤਮ ਦਾ ਇਹ ਸਫ਼ਰ ਬੜਾ ਹੀ ਮੁਕੰਮਲ ਹੈ। ਇੱਥੋਂ ਮਹਾਰਾਜ ਜਦੋਂ ਅੱਗੇ ਪਹੁੰਚੇ ਨਾ ਆਨੰਦਪੁਰ ਤੋਂ ਹੋ ਕੇ, ਤੇ ਗੁਰੂ ਸਾਹਿਬ ਜੀ ਨੇ ਉਹ ਉੱਥੋਂ ਰੇਰੂ ਸਾਹਿਬ ਬਣਿਆ ਹੋਇਆ। ਉੱਥੋਂ ਮਹਾਰਾਜ ਜੀ ਨੇ ਜਿਹੜਾ ਆਪਣਾ ਅਗਲਾ ਮਾਰਗ ਪਕੜਿਆ, ਉਹ ਮਾਰਗ ਫਿਰ ਮਹਾਰਾਜ ਇੱਥੋਂ ਰਾਏਕੋਟ ਵੱਲ ਜਾਣਾ ਚਾਹੁੰਦੇ ਸਨ। ਚੱਲਦੇ ਹੋਏ ਮਹਾਰਾਜ ਉੱਥੋਂ ਟਿੱਬੇ ਪਿੰਡ ਤੋਂ ਹੋ ਕੇ ਗੁਰੂ ਸਾਹਿਬ ਜੀ ਫਿਰ ਜਿਹੜਾ ਹੈ ਆਲਮਗੀਰ ਪਹੁੰਚਦੇ ਹਨ। ਮਹਾਰਾਜ ਜਦੋਂ ਮਹਾਰਾਜ ਆਲਮਗੀਰ ਪਹੁੰਚ ਗਏ, ਆਲਮਗੀਰ ਮਹਾਰਾਜ ਦਾ ਮੰਜਾ ਉਤਾਰਿਆ ਗਿਆ। ਉੱਥੇ ਕਹਿੰਦੇ ਭਾਈ ਨਗਾਈਆ ਜੀ ਮਿਲੇ, ਭਾਈ ਨੌਦਾ ਜੀ ਵੀ ਕਹਿੰਦੇ ਹਨ। ਉਹਨਾਂ ਨੇ ਮਹਾਰਾਜ ਨੂੰ ਇੱਕ ਸੋਹਣਾ ਘੋੜਾ ਭੇਟ ਕੀਤਾ। ਮਹਾਰਾਜ ਪ੍ਰਸੰਨ ਹੋ ਗਏ। ਫਿਰ ਇੱਥੇ ਮਹਾਰਾਜ ਜੀ ਨੇ ਗਨੀ ਖਾਂ ਤੇ ਨਬੀ ਖਾਂ ਨੂੰ ਮਹਾਰਾਜ ਨੇ ਹੁਕਮ ਕਰ ਦਿੱਤਾ ਕਿ ਤੁਸੀਂ ਇੱਥੋਂ ਵਾਪਸ ਚਲੇ ਜਾਓ। ਕਹਿਣ ਲੱਗੇ ਮਹਾਰਾਜ ਜਿੱਥੋਂ ਤੱਕ ਆਪ ਜੀ ਚੱਲੋਗੇ ਅਸੀਂ ਨਾਲ ਚੱਲਾਂਗੇ। ਮਹਾਰਾਜ ਕਹਿਣ ਲੱਗੇ ਨਹੀਂ। ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਤੇ ਗਨੀ ਨਬੀ ਖਾਂ ਜਿਹੜੇ ਉੱਚ ਦੇ ਪੀਰ ਦੇ ਰੂਪ ਵਿੱਚ ਮਹਾਰਾਜ ਨੂੰ ਲੈ ਕੇ ਨਿਕਲੇ ਸਨ। ਇਹਨਾਂ ਨੇ ਮਹਾਰਾਜ ਨੂੰ ਆਲਮਗੀਰ ਪਹੁੰਚਾਇਆ। ਉੱਥੇ ਮਹਾਰਾਜ ਨੂੰ ਸੋਹਣਾ ਘੋੜਾ ਭੇਟ ਕੀਤਾ। ਇੱਥੋਂ ਮਹਾਰਾਜ ਫਿਰ ਬਹੁਤਾ ਲੰਮਾ ਸਮਾਂ ਨਹੀਂ ਠਹਿਰਨਾ ਚਾਹੁੰਦੇ ਸਨ। ਇੱਥੇ ਮਹਾਰਾਜ ਜਦੋਂ ਘੋੜੇ ਤੇ ਸਵਾਰ ਹੋ ਗਏ ਤੇ ਨਾਲ ਉਹਨਾਂ ਦੇ ਮੁਰੀਦ ਹਨ। ਇੱਥੋਂ ਮਹਾਰਾਜ ਜੀ ਚੱਲ ਕੇ ਫਿਰ ਜੋਧ ਰਤਨ ਗਏ। ਜੋਧ ਰਤਨ ਵੀ ਇੱਕ ਜੰਡ ਸਾਹਿਬ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਬਣਿਆ। ਜੋਧ ਰਤਨ ਤੋਂ ਹੋ ਕੇ ਮਹਾਰਾਜ
ਮੋਹੀ ਪਿੰਡ ਗਏ। ਮੋਹੀ ਪਿੰਡ ਜਦੋਂ ਮਹਾਰਾਜ ਠਹਿਰੇ ਹੋਏ ਸਨ, ਉੱਚ ਦੇ ਪੀਰ ਦੇ ਲਿਬਾਸ 'ਚ ਹੀ ਨੇ ਮਹਾਰਾਜ ਅਜੇ, ਤਾਂ ਉੱਥੇ ਗੁਰੂ ਸਾਹਿਬ ਜੀ ਨੇ ਬਾਅਦ ਦੇ ਵਿੱਚ ਜਦੋਂ ਬੈਠੇ ਸਨ ਮਹਾਰਾਜ ਕੁਝ ਸਮਾਂ, ਤੇ ਮਹਾਰਾਜ ਨੇ ਦਰਦ ਮਹਿਸੂਸ ਕੀਤੀ, ਤੇ ਮਹਾਰਾਜ ਦੇ ਹੱਥ ਦੇ ਵਿੱਚ ਇੱਕ ਸੋਨੇ ਦੀ ਮੁੰਦਰੀ ਜਿਹੜੀ ਹੱਥ ਸੁੱਜਣ ਕਰਕੇ ਖੁੱਭ ਗਈ ਸੀ। ਉਸ ਪਿੰਡ ਦੇ ਵਿੱਚ ਇੱਕ ਲੋਹਾਰ ਮੰਗਵਾਇਆ ਗਿਆ। ਉਹ ਜਦੋਂ ਮਹਾਰਾਜ ਦੇ ਕੋਲ ਆਇਆ ਤੇ ਉਹਨੇ ਆ ਕੇ ਮਹਾਰਾਜ ਦੀ ਹਸਤ ਨੂੰ ਦੇਖਿਆ, ਕਹਿਣ ਲੱਗਾ ਮਹਾਰਾਜ ਤੁਹਾਡੇ ਹੱਥ ਨੂੰ ਚੋਟ ਆਏਗੀ। ਤੇ ਲਾਗੋਂ ਭਾਈ ਧਰਮ ਸਿੰਘ ਕਹਿਣ ਲੱਗੇ ਕਿ ਚੋਟਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕੀ ਕਹਿੰਦੀਆਂ, ਤੂੰ ਨਿਸ਼ਚਿੰਤ ਹੋ ਕੇ ਮਹਾਰਾਜ ਦੀ ਮੁੰਦਰੀ ਕੱਢ। ਜਦੋਂ ਉਹਨੇ ਆਰੀ ਦੇ ਨਾਲ ਕੱਟ ਕੇ ਮਹਾਰਾਜ ਦੀ ਮੁੰਦਰੀ ਕੱਢੀ ਤੇ ਮਹਾਰਾਜ ਦੇ ਉਂਗਲ ਦੇ ਵਿੱਚ, ਤੀਜੀ ਉਂਗਲ ਵਿੱਚ ਧਸੀ ਹੋਈ ਸੀ। ਮਹਾਰਾਜ ਨੇ ਉਹਨੂੰ ਬਖਸ਼ਿਸ਼ ਕਰ ਦਿੱਤੀ। ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ ਇਹ ਤੇਰੀ ਬਖਸ਼ਿਸ਼ ਹੈ, ਤੂੰ ਸੰਭਾਲ ਕੇ ਰੱਖੀ, ਉਹਦੀ ਸੰਤਾਨ ਪਾਸ ਅਜੇ ਵੀ ਮੌਜੂਦ ਹੈ। ਇੱਥੋਂ ਗੁਰੂ ਸਾਹਿਬ ਜੀ ਫਿਰ ਚੱਲਦੇ ਚੱਲਦੇ ਜਦੋਂ ਜੋਧ ਰਤਨ ਤੋਂ ਹੋ ਗਏ ਮਹਾਰਾਜ, ਫਿਰ ਮੋਹੀ ਪਿੰਡ ਪਹੁੰਚੇ। ਇਹ ਮੋਹੀ ਪਿੰਡ ਦੀ ਘਟਨਾ ਜਿੱਥੇ ਇਹ ਗੱਲ ਹੋਈ। ਮੋਹੀ ਪਿੰਡ ਤੋਂ ਮਹਾਰਾਜ ਫਿਰ ਅੱਗੇ ਚੱਲਦਿਆਂ ਚੱਲਦਿਆਂ ਗੁਰੂ ਸਾਹਿਬ ਜੀ ਕਹਿਣ ਲੱਗੇ ਹੇਰਾਂ ਦਾ ਰਾਹ ਫੜ ਲਓ। ਹੇਹਰ ਪਿੰਡ ਮਹਾਰਾਜ ਗਏ। ਹੇਹਰ ਪਿੰਡ ਵਿੱਚ ਉਦਾਸੀ ਸਾਧ ਕਿਰਪਾਲ ਦਾਸ, ਜਿਹਨੇ ਭੰਗਾਣੀ ਯੁੱਧ ਵਿੱਚ ਹਯਾਤ ਖਾਂ ਮਾਰਿਆ ਸੀ, ਕੁੱਤਕਾ ਮਾਰ ਕੇ ਉਹਦੇ ਡੇਰੇ ਵਿੱਚ ਜਾ ਕੇ ਉਤਰੇ। ਇਹਨੇ ਮਹਾਰਾਜ ਦਾ ਬੜਾ ਸਵਾਗਤ ਕੀਤਾ। ਕਦੇ ਅਨੰਦਪੁਰ ਸਾਹਿਬ ਰਹਿੰਦਾ ਸੀ ਕਿਰਪਾਲ ਦਾਸ ਉਦਾਸੀ। ਭੰਗਾਣੀ ਦੇ ਯੁੱਧ ਦੇ ਮੈਦਾਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਕੁੱਤਕੇ ਦੇ ਬਲ ਦੇ ਨਾਲ ਇਹਨੇ ਹਯਾਤ ਖਾਂ ਦਾ ਸਿਰ ਫੇਇਆ ਸੀ, ਤੇ ਮਹਾਰਾਜ ਨੇ ਇਹਦਾ ਨਾਂ ਜ਼ਿਕਰ ਬਚਿੱਤਰ ਨਾਟਕ ਵੀ ਕੀਤਾ। ਜਦੋਂ ਮਹਾਰਾਜ ਦੇ ਡੇਰੇ ਉਤਰੇ, ਕੁਝ ਸਮਾਂ ਮਹਾਰਾਜ ਨੇ ਵਿਰਾਮ ਕੀਤਾ। ਇਹਨੂੰ ਜਦੋਂ ਭਿਣਕ ਲੱਗੀ ਕਿ ਮਹਾਰਾਜ ਦੇ ਮਗਰ ਐਡੀ ਵੱਡੀ ਸੈਨਾ ਲੱਗੀ ਆ ਰਹੀ, ਚੜੀ ਆ ਰਹੀ ਹੈ, ਇਹ ਡਰ ਗਿਆ, ਮਨ ਅੰਦਰ ਠਠੰਬਰ ਗਿਆ। ਇੱਕ ਕੰਬਲ ਲੈ ਕੇ ਤੇ ਮਹਾਰਾਜ ਜੀ ਕੋਲ ਉੱਪਰ ਥੋੜੇ ਜੇ ਮਾਇਆ ਭੇਟ ਰੱਖ ਕੇ ਕਲਗੀਧਰ ਜੀ ਨੂੰ ਮੱਥਾ ਟੇਕਿਆ। ਕਹਿਣ ਲੱਗਾ ਮਹਾਰਾਜ ਮੇਰੇ ਡੇਰੇ ਵਿੱਚੋਂ ਵਿਦਾ ਲੈ ਜਾਓ। ਇਹ ਗੱਲਾਂ ਯਾਦ ਰੱਖਣ ਯੋਗ ਨੇ ਸਾਰੀਆਂ। ਸਫ਼ਰ ਇੰਨੇ ਸੌਖੇ ਨਹੀਂ ਰਹੇ ਮਹਾਰਾਜ ਦੇ। ਸਾਨੂੰ ਪਤਾ ਕੀ ਹਾਲਤ ਪੈ ਗਈ, ਮੈਂ ਅੱਜ ਕੱਲ੍ਹ ਸਭ ਕੁਝ ਸੁਣ ਰਿਹਾ, ਜੋ ਕੁਝ ਸਾਡੇ ਆਲੇ ਦੁਆਲੇ ਕਥਿਆ ਜਾ ਰਿਹਾ, ਇੰਨਾ ਸਰਲ ਸੁਣਾਇਆ ਜਾ ਰਿਹਾ ਵੀ ਹੋਰ 5-7 ਸਾਲਾਂ ਤੱਕ ਤਾਂ ਸਾਨੂੰ ਇੰਝ ਲੱਗਣਾ ਵੀ ਮਹਾਰਾਜ ਚਮਕੌਰਗੜੀ ਸਿੱਧਾ ਆਲਮਗੀਰ ਗਏ, ਆਲਮਗੀਰ ਤੋਂ ਰਾਏਕੋਟ ਗਏ। ਰਾਹ ਦੀਆਂ ਕੋਈ ਗੱਲਾਂ ਨਹੀਂ, ਕੀ ਵਾਪਰਿਆ ਕਿਵੇਂ ਨਹੀਂ ਵਾਪਰਿਆ, ਕੁਝ ਵੀ ਨਹੀਂ। ਮਹਾਰਾਜ ਇੱਥੇ ਜਦੋਂ ਹੇਰੀ ਪਿੰਡ ਮਹਾਰਾਜ ਕਿਰਪਾਲ ਦਾਸ ਉਦਾਸੀ ਨੂੰ ਕਹਿਣ ਲੱਗੇ ਕਿਰਪਾਲ ਦਾਸ ਤੂੰ ਉਹੀ ਹੈ ਜਿਹੜਾ ਅਨੰਦਪੁਰ ਸਾਹਿਬ ਦੇ ਜੰਗਾਂ ਯੁੱਧਾਂ ਦੇ ਵਿੱਚ ਲੜਿਆ, ਤੇ ਇੰਨਾ ਜ਼ੁਲਮ ਤੋਂ ਡਰਨ ਦੀ ਲੋੜ ਨਹੀਂ, ਤੈਨੂੰ ਘਬਰਾਉਣ ਦੀ ਲੋੜ ਨਹੀਂ। ਕਹਿਣ ਲੱਗਾ ਨਹੀਂ ਮਹਾਰਾਜ ਮੇਰੀ ਬੇਨਤੀ ਪ੍ਰਵਾਨ ਕਰੋ, ਮੇਰਾ ਡੇਰਾ ਉਜਾੜ ਦੇਣਗੇ। ਮਹਾਰਾਜ ਕਹਿਣ ਲੱਗੇ ਕਿ ਜੋ ਅਨੰਦਪੁਰ ਸਾਹਿਬ ਛੱਡਿਆ ਹੋਰ ਇੰਨਾ ਕੁਝ, ਤੇ ਤੇਰਾ ਡੇਰਾ ਉਹਦੇ ਸਾਹਮਣੇ ਕੀ ਅਹਿਮੀਅਤ ਹੈ। ਪਰ ਅੱਜ ਮਹਾਰਾਜ ਨੇ ਸੋਚਿਆ ਵੀ ਹੁਣ ਇਹੀ ਹੈ ਜਿਹੜਾ ਨੌਵੇਂ, ਪਰ ਮਹਾਰਾਜ ਲਈ ਕੋਈ ਇਸ ਚਰਚਤਾ ਵਾਲੀ ਗੱਲ ਨਹੀਂ ਹੈ। ਜੇ ਗੁਲਾਬੇ ਵਰਗਾ ਵੀ ਕਹਿ ਸਕਦਾ ਮਹਾਰਾਜ ਅੱਗੇ ਚੱਲੋ, ਜੇ ਸਾਹਨੇਵਾਲ ਦੇ ਵਾਸੀ ਕਹਿ ਸਕਦੇ ਨੇ, ਹੋਰ ਕਈ ਮਨੁੱਖਾਂ ਨੇ ਕਿਹਾ ਕਿ ਮਹਾਰਾਜ ਇੱਥੇ ਨਹੀਂ ਰਹਿਣ ਦੇਣਾ, ਤਾਂ ਉਸ ਵਕਤ ਉਹ ਨਵੇਂ 10ਵੇਂ ਪਾਤਸ਼ਾਹ ਲਈ ਕੋਈ ਹੈਰਾਨੀ ਨਹੀਂ ਹੈ, ਕਿਉਂਕਿ ਉਹਨਾਂ ਦੇ ਆਪਣੇ ਪਿਤਾ ਦੀ ਬਾਣੀ ਪੜ੍ਹੀ ਹੈ, ਸੁੱਖ ਮੈਂ ਬਹੁ ਸੰਗੀ ਪਏ ਦੁੱਖ ਮੈਂ ਸੰਗ ਨਾ ਕੋਏ। ਬੰਦਗੀ ਵਾਲੇ ਨਾਲ ਨਿਭਦੇ ਨੇ ਸੰਸਾਰੀ, ਤੇ ਕੱਚਾ ਪੁਣਾ ਜਲਦੀ ਬਾਹਰ ਆ ਜਾਂਦਾ ਉਹਨਾਂ ਦਾ। ਮਹਾਰਾਜ ਨੇ ਫਿਰ ਇੱਥੋਂ ਕਿਹਾ ਕਿ ਅਸੀਂ ਅੱਗੇ ਚੱਲਦੇ। ਮਹਾਰਾਜ ਇੱਥੋਂ ਚੱਲਦੇ ਹੋਏ ਗੁਰੂ ਸਾਹਿਬ ਜੀ ਰਾਜੋ ਆਣੇ ਤੋਂ ਜਦੋਂ ਮਹਾਰਾਜ ਇੱਥੇ ਰੁਕੇ ਹੋਏ ਸਨ, ਉੱਥੇ ਕਮਾਈ ਪੱਟੀ ਆਈ। ਆਪਣੇ 2 ਪੁੱਤਰਾਂ ਨੂੰ ਲੈ ਕੇ ਮਹਾਰਾਜ ਨੂੰ ਕਹਿਣ ਲੱਗੀ ਇਹਨੂੰ ਕੁਝ ਬਖਸ਼ਿਸ਼ਾਂ ਕਰੋ। ਉਹਨੇ ਦੁੱਧ ਛਕਾਇਆ ਮਹਾਰਾਜ ਜੀ ਨੂੰ। ਮਹਾਰਾਜ ਨੇ ਦੁੱਧ ਛਕਿਆ ਤੇ ਮਹਾਰਾਜ ਕਹਿਣ ਲੱਗੇ ਕਿ ਇਹਨੂੰ ਬਖਸ਼ਿਸ਼ਾਂ ਤਾਂ ਕਰਾਂਗੇ ਜੇ ਸਾਡੇ ਨਾਲ ਕਮਾਲਪੁਰੇ ਤੱਕ ਜਾਣ। ਉਹ ਕਮਾਲਪੁਰੇ ਤੱਕ ਮਹਾਰਾਜ ਦੇ ਨਾਲ ਗਏ। ਕਮਾਲਪੁਰੇ ਤੋਂ ਹੋ ਕੇ ਮਹਾਰਾਜ ਫਿਰ ਰਾਏਕੋਟ ਵਿਖੇ ਪਹੁੰਚੇ। ਵਾਰ ਮਹਾਰਾਜ ਟਾਹਲੀ ਦੇ ਥੱਲੇ ਜਾ ਕੇ ਵਿਸ਼ਰਾਮ ਕੀਤਾ। ਕਲਗੀਧਰ ਪਾਤਸ਼ਾਹ ਉਤਰੇ ਹਨ ਜਦੋਂ ਹੇਰੀ ਪਿੰਡ ਤੋਂ ਲੰਘ ਕੇ ਮਹਾਰਾਜ ਸਿੱਲੋਆਣੀ ਦਾਣੀ ਹੋ ਕੇ ਰਾਏਕੋਟ ਪਹੁੰਚੇ। ਮਹਾਰਾਜ ਟਾਹਲੀ ਦੇ ਬਾਹਰ ਮਹਾਰਾਜ ਬੈਠੇ ਹੋਏ ਹਨ। ਇਹਨੂੰ ਅਸੀਂ 14 ਜਾਂ 15 ਪੋਹ ਦਾ ਦਿਨ ਕਹਿ ਸਕਦੇ ਹਾਂ। ਇਤਿਹਾਸ 'ਚ ਬੜੇ ਵੱਖਰੇਵੇਂ ਰਹਿੰਦੇ ਨੇ। ਇਹ ਮੈਂ ਤਾਂ ਵੱਖਰਾ ਸਫ਼ਰ ਅੱਜ ਕੀਤਾ ਸੀ ਤਾਂ ਕਿ ਅਗਲੇ ਦਿਨ ਦੀ ਲੜੀ ਉਹਦੇ ਨਾਲ ਸਾਂਝੀ ਜੁੜ ਜਾਏ। ਮਹਾਰਾਜ ਟਾਹਲੀ ਦੇ ਰੁੱਖ ਦੇ ਨੇੜੇ ਬੈਠੇ ਸਨ ਤੇ ਨੇੜੇ ਇੱਕ ਬਾਗੀ ਮੱਝਾਂ ਚਾਰ ਰਿਹਾ ਸੀ, ਗਾਵਾਂ ਚਾਰ ਰਿਹਾ ਸੀ। ਕਲਗੀਧਰ ਪਾਤਸ਼ਾਹ ਜੀ ਨੂੰ ਇਹਦਾ ਨਾਂ ਨੂਰਾ ਮਿਲਦਾ ਇਤਿਹਾਸ ਦੇ ਵਿੱਚ। ਇਹ ਰਾਏ ਕੱਲੇ ਦਾ ਨੌਕਰ ਸੀ। ਰਾਏ ਕੱਲੇ ਜਿਹੜੇ ਸਨ ਰਾਏਕੋਟ ਨਗਰ ਦੇ ਚੌਧਰੀ ਸਨ, ਉੱਥੋਂ ਦੇ ਮਾਲਕ ਸਨ, ਜੱਦੀ ਪੁਸ਼ਤੀ ਉਹ ਜ਼ਿਮੀਂਦਾਰ ਸਨ। ਮਹਾਰਾਜ ਨੇ ਕਿਹਾ ਕਿ ਇਸ ਨੌਕਰ ਨੂੰ ਆਵਾਜ਼ ਮਾਰੋ, ਆਇਆ। ਉਹਨੇ ਸੋਚਿਆ ਕਿ
बड़ा अजब जिहा लिबास नज़र आउंदा है। महाराज कहण लगे अज तेरियां मੱਝਾਂ गावां ने इन्हां विचों सानू किसे नूं चो के सानू दुध पिलाउण दी सेवा करेगा। कहण लगा महाराज भी मैं पिया तां दिंदा पर ये सारियां उसरजां तोकड़ां दुध देण वाली इन्हां चों कोई नहीं है। महाराज कहण लगे नहीं, करता पुरख की रहमत कदे घटदी नहीं। वो जदों मर्जी जिहड़ी चीज़ नूं मर्जी रहमत नाल भर जांदा है, होवेगी कोई तूं कुछ तां यतन कर। कहण लगा महाराज मैं कर ते देवां पर मेरे कोलों भांडा नहीं है। महाराज ने उस वक्त फिर गंगा सागर कढ़िया 288 छेकां वाला। जदों महाराज ने वो छेकां वाला भांडा दिता तो नूरा कहण लगा कि महाराज भी क्यों मजाक करते हो, ये मजाक करन दा समा नहीं। महाराज भी पहलां तां मेरे कोलों कोई दुध वाला पशु ही है नहीं। जे दुध वाला पशु नहीं हैगा तो महाराज जे हुण मैं कोई चोवांगा भी जे कोई एक दो गिलास कोई मझ दुध देवेगी भी, कोई झोटी दुध देवेगी भी, तो पाउण वाला भांडा छेकां नाल भरिया होया है। ते महाराज कहण लगे कोई गल नहीं, इस गल की परवाह ना कर, तू बस परमेश्वर का नाम लै किसी नूं थापड़ा दे के ते हेठां बह जा। जदों बह गया उन्हें दुध चोया, दुध बाहर ना आया, वो अचरज हो गया। उन्हें समझ लिया कि करामाती पीर हन। दुध छका के भज्जा घरे गया, जाके राय कल्ले नूं कहण लगा पता नहीं कोई करामात वाले पीर आए हैं। राय कल्ले नूं खबर सी कि गुरु साहब जी इधर आउणगे। वो जदों ये गल सुनी वो तुरंत घर चों भज्जा आया। उन्हें टाली दे रुख दे हेठां बैठे महाराज जी दे आके बंधन कीती पातशाह जी नूं। महाराज नूं कहण लगा महाराज ये किहो जिहे लिबास विच। महाराज कहण लगे जो करता पुरख की रजा होवे उहदे विच राजी रहना जिहड़ा है वो जरूरी है। बाणी विच भाई गुरदास जी ने एक वाक्या ना कि कारण करता जो करे सिर धर मन करे शुकराना। राय जो जिहड़ा है राय कल्ला आके गुरु साहब जी नूं बेनती करन लगा। महाराज ने फिर सारी गाथा इनू सुनाई किवें चमकौर तो निकल के महाराज किवें इत्थे पहुंचे राय कल्ले पास। जदों महाराज राय कल्ले पास पहुंचे तो राय कल्ले नूं सारी वारता सुनाई महाराज जी ने। सारी वारता जदों ये जाणू हो गया कि महाराज किवें किवें नगरां विचों लंघ के आए हन, तो गुरु साहब जी नूं कहण लगा महाराज मेरे लायक की सेवा है। क्योंकि कनेच पिंड विच महाराज नूं खबर पता लग गई सी, इस करके महाराज कहण लगे कि राय कल्ला जिहड़े साडे छोटे लाल सन वो सरसा दे कंढे विछड़ गए सन, मैल भी साडे विछड़ गए सन। सानू इस वक्त नहीं मालूमात कि उन्होंने किहड़े मुकाम पकड़े हन। ਵੱਡਿਆਂ ਦੀ ਜ਼ਿੰਮੇਵਾਰੀ ਸਾਡੇ ਕੋਲ ਸੀ, ਅਸੀਂ ਉਹਨਾਂ ਨੂੰ ਚਮਕੌਰ ਗੜੀ ਦੇ ਵਿੱਚ ਆਪਣੀ ਅਮਾਨਤ ਸਾਬਤ ਭੁਗਤਾ ਆਏ ਹਾਂ। ਛੋਟਿਆਂ ਦਾ ਸਾਥ ਮਾਤਾ ਗੁਜਰੀ ਦੇ ਨਾਲ ਸੀ। ਪਤਾ ਨਹੀਂ ਉਹ ਆਪਣੀ ਮਾਤਾਵਾਂ ਦੇ ਨਾਲ ਗਏ ਨੇ ਕਿ ਦਾਦੀ ਨਾਲ ਗਏ ਨੇ, ਪਰ ਇੰਨਾ ਸੁਣਿਆ ਹੈ ਕਿ ਸਰਹੰਦ ਦੇ ਵਿੱਚ ਸ਼ਹੀਦ ਹੋ ਗਏ ਨੇ। ਤੂੰ ਕੋਈ ਇੰਤਜ਼ਾਮ ਕਰ। ਕਹਿਣ ਲੱਗਾ ਮਹਾਰਾਜ ਨਹੀਂ, ਪਹਿਲਾਂ ਘਰ ਦੇ ਅੰਦਰ ਚਲੋ, ਮੇਰਾ ਨਗਰ ਹਨ ਲੰਮਾ ਜੱਟਪੁਰਾ। ਮਹਾਰਾਜ ਨੇ ਕਿਹਾ ਅੰਦਰ ਚਲੋ। ਕਹਿਣ ਲੱਗੇ ਮਹਾਰਾਜ ਕਹਿੰਦੇ ਨਹੀਂ अंदर नहीं जावांगे, इत्थे बैठे हाँ, किसी अपने नौकर नूं सरहंद भेजो सारी खबर लैके आवे। जदों ये सारा इन्हां ने जिक्र किया राय कल्ला कहण लगा नहीं महाराज तुसीं विश्राम करो। कहण लगे नहीं ये बेकरारी है 10वें पातशाह की। बेकरारी तो होवेगी महाराज दे अंदर। जिन्हें अपने लालां दी घाड़त आप कीती होवे, जिन्हें उन्हां दे अंदर सिदक दी सूरबीरता दी आन भरी होवे, वो इस गल नूं खबर सुन लई बेताब क्यों नहीं होएगा। जे वो अपने वड्डे साहिबजादे दी शहादत दे जयकारे गुंजा सकते हैं, इत्थे क्यों नहीं। फिर इन्हां ने कहा कि महाराज आ जिहड़े नौकर ने तुहानूं दुध पियाया ना, इहदी एक भैण है नूरी, वो सरहंद विआही हुई, तो इहनूं आखो तो मैं भेज दिना। तो महाराज कहण लगे इहनूं कहा भी अज्जे जाके वापस आउणा। ये 14 पोह दे दिन की गल कर रहे हैं, जिस दिन छोटे साहिबजादियां दे ते माता गुजरी दे शहीदी देहां दा संस्कार हुंदा, उस दिन की गल कर रहे हैं। क्योंकि सारा सफ़र महाराज ने इन्ने दिनों तय किया चमकौर तो लैके रायकोट तक दा। इस करके उत्थे 14, 15, 16 पोह नूं भारी जिहड़ा मेला लगदा है गुरु साहब जी की आमद दे विच। इधर गुरु साहब जी ने फिर राय नूरा आया तो महाराज ने कहा भी नूरे सरहंद तो खबर लियाउणी है, कदों तक लैके हाजिर होएगा। कहण लगा महाराज इत्थों सरहंद काफ़ी दूर है तो जांदियां आउंदियां समा लगेगा, सर्दी का मौसम है, मैनू अज भेज दिओ मैं कल आ जावां। 14 पोह दी सवेर नूं महाराज जी जिक्र करते हैं।
कुछ ने 15 पोह भी किया है। महाराज कहने लगे नहीं, इन्नी ते आराम दे नाल नहीं, बड़ी तेजी दे नाल आउणा। महाराज ने कहा। राय कल्ला कहने लगा महाराज भी सफ़र लंबा है, एडी छेती नहीं आया जाना। वो नाल दे सिंह भी कहने लगे। महाराज कहने लगे नहीं, एक बेकरारी इतिहास देखने वाली है, बड़ी कमाल दी। क्योंकि अंतरजामता सतगुरु जान गए सन कि लाला ने शहादत पाली है, तो उन्हों का किस्सा सुनना है। माता गुजरी जी ने देखिया, गुरु गोबिंद सिंह साहब महाराज जी ने सुनना है। जीवन दे विच ये ਜਿਹੜੀਆਂ ਇਹਨਾਂ ਨੂੰ ਜਦੋਂ ਇਹੋ ਜਿਹੇ ਪਲ ਇਤਿਹਾਸ 'ਚ ਵਾਪਰਦੇ ਆ ਨਾ, ਇਹ ਦਿਲ ਕੰਬਾਉਂਦੇ ਨੇ। ਸ਼ਹੀਦਾਂ ਦਾ ਪਿਤਾ ਹੋਣਾ, ਆਪਣੀ ਅੱਖਾਂ ਸਾਹਮਣੇ ਪੁੱਤ ਸ਼ਹੀਦ ਕਰਵਾ ਦੇਣੇ, ਤੇ ਉਸ ਤੋਂ ਬਾਅਦ ਖੁਦ ਇਸ ਤਰ੍ਹਾਂ ਦੀ ਬੇਤਾਬੀ ਦੇ ਵਿੱਚ ਹੋਣਾ ਕਿ ਉਹਨਾਂ ਨੂੰ ਆਪਣੇ ਛੋਟੇ ਲਾਲਾਂ ਦੀ ਸ਼ਹਾਦਤਾਂ ਦੀ ਵੀ ਖਬਰ ਮਿਲੇ। ਅੰਤਰਜਾਮੀ ਸਤਿਗੁਰੂ ਜਾਣ ਤਾਂ ਗਏ ਹੀ ਸਨ महाराज, ये गल बुझ ਤਾਂ गए ही सन। राय कल्ला कहने लगा महाराज इन्नी। महाराज कहने लगे फिर तेनों बख्शिश करते हैं, तू हवा की तेजी वांग जाएगा तो हवा की तेजी वांग वापस आएगा। तेरे कदमां 'च इन्नी जान भर देंगे कि ना सरहंद पहुँचदा तेनों देर लगेगी, ना उत्थों वापस आउंदे। इधर मंजिला मारदा होया नूरा चल पिया है सरहंद वल नूं। उधर कलगीधर पातशाह बैठे हुए हैं राय कोट, राय कल्ले दे कोल। चमकौ आनंदपुर साहब तो निकले हुए पातशाह जी अनेकां थावां दे विखड़े पैंडियां दा सफ़र झाक के अपने शहीद ਸਿੰਘਾਂ ਨੂੰ कुर्बान करते हुए कलगीधर पातशाह अज रायकोट की धरती ते बैठे हैं। इधर जिहड़ा है नूरा गुरु साहब जी की खबर, लालां की खबर लैण दे लई रायकोट तो चलिया मंजिला मारदा होया बड़ी तेजी दे नाल सरहंद विच पहुंचिया। ते जदों इस सरहंद विच पहुंचिया, देखा कि सरहंद दे विच एक बड़ी सुनसान पई है, जिवें मुरदियां दी सुनसान हुंदी है। इत्थे आके अपनी भैन नूरी नूं मिलिया, उन्हें दा कोई स्वागत ना कीता, कोई उन्हें बहुती आओ भगत ना की, विशेष चाओ ना किया, इहदा कोई किसी तरह का चाह पानी का चंगी तरह उग सुग ना पुछी इहदी। ये बड़ा हो के अधीर जिहा हो के बैठ गया अपनी भैन दे कोलों। कहण लगा नूरी तैनूं मेरे आउण दी खुशी नहीं हुई? मैं अचनचेत आया जिवें अजकल सरप्राइज का पखंड करते हुंदे आपां। कहण लगी कि तेरे आउण दी खुशी तो वड्डा मातम ना सरहंद विच पिया होया। सरहंद दे बड़े चुल्हिਆਂ दे विच अज 3 दिन हो गए अग नहीं बली। सरहंद दे बड़े घरां दे विच अज 3-4 दिन हो गए ने, क्योंकि 14 पू उदों तक शहीदी साका हो चुका सी। इस करके कहण लगी सरहंद दे विच कई घरां 'च अग नहीं बली। कईयां ने आपसी परिवारां ने बोल नहीं साझा कीता, आपस दे विच कोई गल नहीं कीती इन्हां ने। तू उन्हां दिनां दे विच आया जदों जिहड़ी सरहंद है ये गुरु गोबिंद सिंह साहब महाराज दी छोटे छोटे लालां दी रत नाल रंगी हुई है। इस करके नूरे तेरे आउण दा मैनूं कोई चाह नहीं, मैनूं कोई विशेष खुशी नहीं। किहड़े कारज लई आया? कहण लगा जिहड़े कारज लई आया उहदी खबर तां मिल गई। फिर इन्हें अपनी भैन नूं बड़े विस्तार नाल पुछया। फिर वो सारा साका इहदी भैन ने रोंदियां इहनूं सुणाया, ते नूरे ने रोंदियां होइयां ही सुणिया। गुरु आउंदियां जदों नूरा आया, उहदे कदम बड़े हौले ने। उन्होंने यही सी कि खबर लियाउणी जाके सरहंद तो, पर जदों हुण सरहंद तो अपनी भैन नूरी कोलों सारे गुरु साहब दे लालां दी, माता दी, सिखरां दी शहादतां दी खबर सुन लई ते जांदे वरी नूरे दे कदम भारे ने। बड़ा मन भारा है उहदे मन दे अंदर। हुण उहदा कदम आसान है गुरु साहब जी दे लालां दी। ये भी दुनिया दे विच कासद असीं सुणदे आ ना, कासद सुनेहा लैके जाण वाला, चिट्ठियां लैके जाण वाला डाकीया हुंदा। हुण जे डाकीए ने चिट्ठी खोल के पढ़ लई होवे ते उहदे विच लिखिया होवे भी जिन्हां दे घर पहुँचाउणी आ उन्हां दे घर दा आ नौजवान जी मारिया गया, ते जे वो इंसानीयत तौर ते जागदा होवेगा ना डाकीया, ते वो चिट्ठी भावें 2 ग्राम दी होवे, 5 ग्राम दी होवे, उहनूं 5 किलो दी लगेगी। भारी हो जाती ना दुख की विथया। ये नूरा इतिहास विच पूजण योग है, जिन्हें गुरु साहब जी दे लालां दी गाथा जिहड़ी शहादत दी पहलां अपने सीने अंदर समोई, आहां भरियां जुलम जालमां नूं लानतां पाईयां, ते किस वड्डे दिली भाव नाल लैके अज भी साडे दिल पसीजदे ने, नेत्र सेजल हुंदे ने, शरदा दा गुरु दे लालां दी अकीदत दा वैण साडे नैणां चों झलकदा है। पर वो नूरे दी उस दिल दा, उस मनोअवस्था दा अंदाजा लगाओ।
ਅੱਜ ਵੀ ਜੀਵਨ ਦੇ ਵਿੱਚ ਬਜ਼ੁਰਗ ਦੇਖ ਲੈਣ ਨਾ, ਬੱਚੇ ਨੂੰ ਸੱਟ ਲੱਗੀ ਤੇ ਬਜ਼ੁਰਗ ਨਾ ਉੱਠਣ ਜੋਗੇ ਹੁਣ ਤਾਂ ਵੀ ਯਤਨ ਕਰਦੇ ਨੇ ਕਿ ਉਹਨੂੰ ਸੰਭਾਲੀਏ। ਨੂਰੇ ਨੇ ਗੁਰੂ ਲਾਲਾਂ ਦੀ ਸ਼ਹਾਦਤਾਂ ਦੀ ਗਾਥਾ ਆਪਣੇ ਸੀਨੇ 'ਚ ਸਮਾਈ, ਆਪਣੇ ਨੇਤਰਾਂ ਨੂੰ ਸੇਜਲ ਕਰਦਾ ਹੋਇਆ ਭਾਰੇ ਕਦਮਾਂ ਦੇ ਨਾਲ ਗੁਰੂ ਵੱਲੋਂ ਹੁਕਮ ਹੈ ਤੇਜ਼ੀ ਨਾਲ ਜਾਣ ਦਾ। ਪਰ ਹੁਣ ਮਨ ਬਾਰ-ਬਾਰ ਡੁੱਬ ਰਿਹਾ, ਬਾਰ-ਬਾਰ ਉਹ ਲਾਲਾਂ ਦੀ ਸ਼ਹਾਦਤ ਨੂੰ ਚੇਤੇ ਕਰਕੇ ਗਮਗੀਨ ਹੋ ਰਿਹਾ ਤੇ ਫਿਰ ਮੰਜ਼ਲਾਂ ਮਾਰਦਾ ਰਾਏਕੋਟ ਪਹੁੰਚਦਾ ਹੈ। ਉਧਰ ਗੁਰੂ ਸਾਹਿਬ ਜੀ ਰਾਏਕੋਟ ਬੈਠੇ ਬੜੀ ਬੇਤਾਬੀ ਦੇ ਨਾਲ ਕਹਿੰਦੇ ਮਹਾਰਾਜ ਨੇ 3 ਵਾਰੀ ਭਾਈ ਦਇਆ ਸਿੰਘ ਨੂੰ ਕਿਹਾ ਕਿ ਜਿਹੜਾ ਚੁਬਾਰਾ ਬਣਿਆ ਉੱਥੇ ਚੜ੍ਹ ਕੇ ਦੇਖੋ। 3 ਵਾਰੀ ਮਹਾਰਾਜ ਨੇ, ਮਤਲਬ ਥੋੜੇ ਜਿਹੇ ਘੰਟਿਆਂ ਦੇ ਵਿੱਚ 3 ਵਾਰੀ। ਤੇ ਮਹਾਰਾਜ ਦਇਆ ਸਿੰਘ ਨੂੰ ਬਾਜ ਰਾਏ ਕੱਲੇ ਨੂੰ ਮਹਾਰਾਜ ਮਾਰ-ਮਾਰ ਕਹਿੰਦੇ ਰਹੇ ਕਿ ਨੂਰਾ ਆਇਆ ਨਹੀਂ। ਕਹਿੰਦਾ ਮਹਾਰਾਜ ਸਰਹੰਦ ਨੇੜੇ ਥੋੜਾ, ਬੜੀ ਦੂਰ ਹੈ ਇੱਥੋਂ ਸਰਹੰਦ। ਰਾਏਕੋਟ ਤੇ ਸਰਹੰਦ ਦਾ ਲਾ ਲਓ ਅੱਜ ਵੀ ਵਕਫਾ ਕਿੰਨਾ ਬਣਦਾ, ਮਹਾਰਾਜ ਲੱਗੇਗਾ। ਮਹਾਰਾਜ ਨੇ ਇੰਨੇ ਚਿਰ ਨੂੰ ਮਹਾਰਾਜ ਦੀ ਕਹਿੰਦੇ ਬੇਤਾਬੀ ਇੰਨੀ ਵੱਧ ਗਈ, ਮਹਾਰਾਜ ਨੇ ਇੱਕ ਰੋਕ ਬੰਦੇ ਨੂੰ ਟਾਹਲੀ ਤੇ ਚੜਾ ਦਿੱਤਾ। ਮਹਾਰਾਜ ਨੇ ਕਿਹਾ ਕਿ ਦੂਰ ਨਜ਼ਰ ਮਾਰ ਕੇ ਦੇਖ ਵੀ ਕਿਤੇ ਨੂਰਾ ਆਤ ਨਹੀਂ ਰਿਹਾ। ਫਿਰ ਇੱਧਰ ਮਹਾਰਾਜ ਕਿਵੇਂ ਉਸ ਟਾਹਲੀ ਤੇ ਉਸ ਸ਼ਖਸ ਨੂੰ ਚੜਾਉਂਦੇ ਨੇ, ਉਧਰ ਫਿਰ ਨੂਰਾ ਕਿਵੇਂ ਪਹੁੰਚਦਾ ਹੈ, ਇੱਧਰ ਫਿਰ ਕਿਵੇਂ ਲਾਲਾਂ ਦੀ ਸ਼ਹਾਦਤ ਦੀ ਸਾਰੀ ਜਿਹੜਾ ਸਾਕਾ ਸਰਹੰਦ ਵਾਪਰਦਾ ਹੈ, ਇਹਦੀ ਸਾਰੀ ਮੁਕੰਮਲਾਤ ਜਿਹੜੀ ਖਬਰ ਹੈ ਉਹ ਮਹਾਰਾਜ ਸੁਣਦੇ ਨੇ, ਕੀ ਕਲਾ ਵਰਤਾਉਂਦੇ ਨੇ। ਇਹ ਸਾਰਾ ਇਤਿਹਾਸ ਦਾ ਅਗਲਾ ਭਾਗ ਹੈ। ਅੱਜ ਹੈ 10 ਪੋਹ ਦਾ ਦਿਨ। 10 ਪੋਹ ਦਾ ਅੱਜ ਦਿਨ ਹੈ। ਅੱਜ ਦੇ ਦਿਨ ਚਮਕੌਰ ਗੜ੍ਹੀ ਦੇ ਮੁਕੰਮਲ ਸ਼ਹੀਦਾਂ ਦਾ ਸੰਸਕਾਰ ਹੋ ਗਿਆ ਸੀ, ਰਾਮੇ ਤਲੋਕੇ ਨੇ ਕਰ ਦਿੱਤਾ ਸੀ। ਉਸ ਤੋਂ ਇਲਾਵਾ ਜਿਵੇਂ ਅੱਜ ਮੈਂ ਇੱਕ ਹੋਰ ਇੱਥੇ ਬੇਨਤੀ ਅਰਜ਼ ਕਰ ਦਿਆਂ। ਇੰਟਰਨੈਟ ਦਾ ਜ਼ਮਾਨਾ, ਇਨਫੋਰਮੇਸ਼ਨ ਬੜੀ ਇੱਕ ਦੂਜੇ ਤੱਕ ਫੈਲਦੀ ਹੈ, ਪਰ ਮੈਂ ਜ਼ਿਕਰ ਕਰਦਾ ਵਾਂ ਇੰਨੀ ਗਲਤ ਇਨਫੋਰਮੇਸ਼ਨ ਫੈਲਦੀ ਇਤਿਹਾਸ ਬਾਰੇ ਵੀ ਸਾਨੂੰ ਵੀ ਲੋਕ ਉਵੇਂ ਦਾ ਹੀ ਸਮਝਦੇ ਨੇ। ਸਾਨੂੰ ਭੇਜੀ ਜਾਣਗੇ ਜੀ ਆਹ ਦੇਖੋ ਆਹ ਦੇਖੋ। ਭਾਈ ਸਾਹਿਬ ਪੜ੍ਹ ਸੁਣ ਕੇ ਆਵਾਜ਼ ਕੇ ਨਿਰਣਾ ਕਰੋਗੇ। ਕੱਲ੍ਹ ਦਾ ਇੱਕ ਨਵਾਂ ਹੀ ਮੈਂ ਸ਼ੋਸ਼ਾ ਦੇਖਿਆ, ਆਮ ਖਾਸ ਬਾਗ ਹੈ ਸਰਹੰਦ ਦੇ ਵਿੱਚ, ਉਹਦੇ ਬਾਰ-ਬਾਰ ਦੋਹਰਾ ਇੱਕ ਨਾ ਬਣਿਆ ਹੋਇਆ ਹੈ ਮੀਨਾਰ ਜਿਹਾ, ਉਹਨੂੰ ਕਈ ਜਾਰੀ ਠੰਡਾ ਬੁਰਜ ਹੈ ਜੀ। ਉਹ ਅੱਜ ਵੀ ਉੱਥੇ ਹੈਗਾ, ਥੋੜੀ ਪੁਰਾਣੀ ਹਾਲਤ 'ਚ ਹੈ। ਉਹਨੂੰ ਕਈ ਜਾ ਰਹੇ ਜੀ ਠੰਡਾ ਬੁਰਜ ਹੈ, ਵੀ ਠੰਡਾ ਬੁਰਜ 2 ਮੰਜ਼ਲੀ ਹੋਏਗਾ। ਠੰਡੇ ਬੁਰਜ ਬਾਰੇ ਤਾਂ ਅਸੀਂ ਇਹ ਪੜ੍ਹਿਆ ਕਿ 140 ਫੁੱਟ ਉੱਚਾ ਸੀ। ਉਹ ਤਾਂ 20 ਫੁੱਟ ਵੀ ਉੱਚਾ ਨਹੀਂ ਹੈਗਾ, ਮੈਂ ਦੇਖਿਆ ਹੋਇਆ ਪਿਛਲੀ ਦਫਾ ਜਾ ਕੇ ਉੱਥੇ। ਪਰ ਉਹਨੂੰ ਲੋਕੀ ਮੰਨੀ ਜਾ ਰਹੇ ਨੇ, ਥੱਲੇ ਵਾਹਿਗੁਰੂ ਵਾਹਿਗੁਰੂ ਲਿਖੀ ਜਾ ਰਹੇ ਨੇ। ਥੋੜਾ ਜਿਹਾ ਵਾਚ ਲੈਣਾ ਚਾਹੀਦਾ। 10 ਪੋਹ ਨੂੰ ਸ਼ਹੀਦਾਂ ਚਮਕੌਰ ਗੜ੍ਹੀ ਦੇ ਸ਼ਹੀਦਾਂ ਦਾ ਸੰਸਕਾਰ ਹੋਇਆ। ਮੈਂ 14 ਪੋਹ ਤੱਕ ਦੀ ਵਾਰਤਾ ਇੱਕੋ ਦਿਨ 'ਚ ਤਾਂ ਅਰਜ਼ ਕੀਤੀ ਹੈ। ਤੇ ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਲਾਲ ਅੱਜ ਦੇ ਦਿਨ 9 ਪੋਹ ਦੀ ਰਾਤ ਉਹਨਾਂ ਦੀ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡੇ ਬਤੀਤ ਹੋਈ ਹਵਾਲਾਤ ਦੇ ਵਿੱਚ। ਉਸ ਤੋਂ ਬਾਅਦ ਜਦੋਂ ਗੰਗੂ ਨੇ ਪਕੜਾ ਦਿੱਤੇ ਤੇ ਫਿਰ ਉਹਨਾਂ ਨੂੰ 10 ਪੋਹ ਦੀ ਸਵੇਰ ਨੂੰ ਸਰਹੰਦ ਲਿਆਇਆ ਗਿਆ। ਅੱਜ ਦੇ ਦਿਨ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੰਜੀਰਾਂ ਵਿੱਚ ਜਕੜੇ ਹੋਏ ਮੋਰਿੰਡੇ ਤੋਂ ਸਰਹੰਦ ਲਿਆਂਦੇ ਗਏ। ਤੇ ਸਰਹੰਦ ਦੇ ਲੋਕਾਂ ਨੇ ਬਾਹਰ ਨਿਕਲ ਕੇ ਦੇਖਿਆ ਕਿ ਜਿਸ ਸੂਬੇਦਾਰ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਉੱਪਰ ਇੰਨਾ ਫੌਜੀ ਦਲ ਚੜਾਇਆ, ਪਕੜ ਨਹੀਂ ਸਕਿਆ, ਉਹਨੇ ਹੁਣ ਲਾਲ ਪਕੜ ਲਏ। ਤੇ ਅੱਜ ਦੇ ਦਿਨ ਮਾਤਾ ਗੁਜਰੀ ਛੋਟੇ ਸਾਹਿਬਜ਼ਾਦੇ ਸਰਹੰਦ ਦੀ ਧਰਤੀ ਤੇ ਆਏ, ਠੰਡੇ ਬੁਰਜ ਦੀ ਕੈਦ ਵਿੱਚ ਗਏ। ਇਸ ਕਰਕੇ ਇੱਕ ਦਿਨ 'ਚ ਗੱਲ ਨਹੀਂ ਵਾਪਰਦੀ। 10 ਪੋਹ ਨੂੰ ਉੱਥੇ ਚੱਲੇ ਨੇ, 11-12 ਵਜੇ ਪਹੁੰਚੇ ਨੇ, 12 ਵਜੇ ਕਚਹਿਰੀ 'ਚ ਫਤਵਾ ਪੇਸ਼ ਹੋਇਆ ਤੇ ਉਹਨਾਂ ਨੂੰ ਉੱਥੇ ਭੇਜਣ ਦਾ ਹੁਕਮ ਹੋਇਆ। ਇਹ ਸਿੱਧੀ ਗੱਲ ਨਹੀਂ ਵਾਪਰਦੀ। ਸੋ ਇੱਥੋਂ ਤੱਕ ਆਪ ਜੀ ਦੇ ਸਨਮੁਖ ਗਾਥਾ ਅਰਜ਼ ਹੈ। ਹੁਣ ਕੱਲ੍ਹ ਹੈ 11-12-13 ਪੋਹ ਦਾ ਦਿਨ, ਤੇ ਹੁਣ ਕੱਲ੍ਹ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਗਾਥਾ ਹੈ। ਪਰ ਕਿੱਥੋਂ ਸ਼ੁਰੂ ਕਰਾਂਗਾ? ਸਰਸਾ ਦੇ ਪਰਿਵਾਰ ਵਿਛੋੜੇ ਤੋਂ ਕਿਹੜੇ ਰਾਹਾਂ ਰਾਹੀਂ ਹੁੰਦੇ ਹੋਏ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਵਿਖੜੇ ਪੈਂਡਿਆਂ ਨੂੰ ਝੱਲ ਕੇ ਕਿਵੇਂ ਸਰਹੰਦ ਦੀ ਧਰਤੀ ਦੇ ਸ਼ਹੀਦੀ ਮੁਕਾਮ ਤੇ ਪਹੁੰਚੇ। 11-12-13-14 ਪੋਹ ਤੱਕ ਸਾਕਾ ਸਰਹੰਦ ਦੀ ਸਾਰੀ ਗਾਥਾ ਆਪ ਜੀ ਦੇ ਸਨਮੁਖ ਅਰਜ਼ ਕਰਨ ਦਾ ਯਤਨ ਰਹੇਗਾ। ਖਿਆਲ ਰਹੇ ਕਿ ਇੱਧਰ 10ਵੇਂ ਪਾਤਸ਼ਾਹ ਰਾਏਕੋਟ ਪਹੁੰਚ ਗਏ ਹਨ। ਇਹ ਸਾਰੀ ਗਾਥਾ ਇਸੇ ਪ੍ਰਕਾਰ ਆਪ ਜੀ ਦੇ ਸਨਮੁਖ ਅਰਜ਼ ਕਰਨ ਦਾ ਯਤਨ ਰਹੇ। ਗੁਰੂ ਰਹਿਮਤ ਕਰੇ। ਗੁਰੂ ਦੇ ਲਾਲਾਂ ਦੀ ਕਰਨੀ ਦੇ ਸਾਹਮਣੇ, ਗੁਰੂ ਦੇ ਸਿੱਦਕੀ ਸਿੰਘਾਂ ਦੀ ਕਰਨੀ ਦੇ ਸਾਹਮਣੇ, ਤੇ ਉਹਨਾਂ ਪ੍ਰੀਤਵਾਨਾਂ ਦੇ ਸਾਹਮਣੇ, ਜਿਵੇਂ ਨਿਹੰਗ ਖਾਂ ਵਰਗੇ, ਗਨੀ ਖਾਂ, ਨਬੀ ਖਾਂ ਵਰਗੇ, ਜਿਹੜੇ 5 ਸੈਯਦ ਕਾਜੀ ਸਨ, ਉਹਨਾਂ ਵਰਗੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜ਼ਫਰਾਂ ਸਹਾਇਕ ਹੋਏ, ਉਹਨਾਂ ਸਾਰਿਆਂ ਦੇ ਚਰਨਾਂ ਵਿੱਚ ਵੀ ਸਾਡਾ ਨਮਨ ਹੋਣਾ ਚਾਹੀਦਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।